राव हे सस हे करना भेद हे राव। सतनाम श्री वाहिगुरु साहिब जी दोहरा सिंगन कौन जो कै सिख लयो बंदई बुलाए जे लालच किछ तास को सिनु फरमाए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ जुग हो जुगया टल चवर छतर तख्त के मालिक दीन दुनिया के वाली सतगुरु साहिब जी धन धन श्री गुरु ग्रंथ साहिब जी महाराज गुरदेव जी दे पावन पवित्र मुबारक चरणा कवलों पास जुड़ बैठी गुरु स्वरूप गुरु खालसा साध संगत जी आप जी सरबत गुरसिख संगतां धनता योग हो संध्या दे सुंदर सजे दीवाना विच हाजरियां भर के लाहे की प्राप्ति कर रहे हो। पंज प्याले पंज पीर छटम पीर बैठा गुर भारी अर्जन काया पलट कै मूरत हर गोबिंद सवारी चली पीढ़ी सोडियां रूप दिखावन वारो वारी दल भंजन गुर सूरमा वड जोधा बहु पर पुकारी। छेवें पातशाह गुरु गरीब नवाज मीरी पीरी दे मालक बंदी छोड़ दाता जी धन धन श्री गुरु हरगोबिंद साहिब सच्चे पातशाह महाराज जी का अज पावन पवित्र प्रकाश पुरब है। समूह संसार अंदर जिथे जिथे गुरु नानक नाम लेवा गुरसिख संगतां वसदियां हन सतगुरु जी दे चरणां पास जुड़ के गरीब नवाज सच्चे पातशाह जी का पावन प्रकाश पुरब शरधा अधीकत नाल मना रहीआं हन। धन गुरु हरगोबिंद साहिब सच्चे पातशाह जी महाराज जिन्हां दी महान वड्डी वडियाई है। भाई साहब भाई गुरदास जी ने छेवें पातशाह महाराज जी की उस्तति विच वचन उचारण कीते हन। दल भंजन गुर सूरमा वड जोधा बहु पर पुकारी। गुरु हरगोबिंद साहिब जी महाराज वैरियां दा जो दल चढ़ के आउंदा है उस नूं भन्नण वाले गुरु भी हन ते सूरमे भी हन, क्योंकि फकीर ते सूरमे दा सुभाव अलग अलग हुंदा है। सूरमा तां हो सकदा है पर सूरमे अंदर इन्नी शांति पीरी नहीं हो सकती जितनी शांति जितना आनंद गुरु हरगोबिंद साहब महाराज सच्चे पातशाह जी दे अंदर है। फिर जिथे गल आपां गुरु दी करिए एक गुरु अंदर इन्नी सूरमताई नहीं हो सकती जितनी सूरमताई गुरु हरगोबिंद साहब महाराज सच्चे पातशाह जी अंदर है। ताही भाई गुरदास जी ने गुरु भी आख्या ते सूरमा भी आख्या। वड जोधा उन्हां तो वड्डा सूरमा कोई नहीं संसार विच।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੂੰ ਜੰਗ ਕਰਨ ਵਾਸਤੇ ਤਿਆਰ ਕਰਨਾ ਔਰ ਸਮੇਂ ਦੀ ਮੁਗਲਿਆ ਪਾਤਸ਼ਾਹੀ ਦੇ ਨਾਲ ਟੱਕਰ ਲੈਣੀ, ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ। ਕੁਝ ਚੁਣਿੰਦੇ ਸਿੱਖਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਪਾਤਸ਼ਾਹੀ ਫੌਜ ਨੂੰ ਇੱਕ ਵਾਰ ਨਹੀਂ 4 ਵਾਰ ਸ਼ਿਕਸਤ ਦਿੱਤੀ। ਮੈਦਾਨੇ ਜੰਗ ਅੰਦਰ 4 ਵਾਰੀ ਸ਼ਾਹੀ ਫੌਜ ਨੂੰ ਹਾਰ ਕੇ ਜਾਣਾ ਪਿਆ ਸਿੱਖਾਂ ਦੇ ਹੱਥੋਂ। ਉਹਨਾਂ ਦੇ ਮਨ ਦੇ ਅੰਦਰ ਇਹ ਭੁਲੇਖਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਉਹ ਗੁਰੂ ਫਕੀਰ ਨੇ। ਉਹਨਾਂ ਨੇ ਜਿਹੜੀ ਫੌਜ ਭਰਤੀ ਕੀਤੀ ਹੈ ਉਹ ਅਣਜਾਣ ਲੋਕ ਹਨ, ਜਿਨ੍ਹਾਂ ਕਦੇ ਜੰਗ ਨਹੀਂ ਕੀਤਾ। ਖੇਤਾਂ ਦੇ ਵਿੱਚ ਕੰਮ ਕਰਨ ਵਾਲੇ, ਵਪਾਰ ਕਰਨ ਵਾਲੇ, ਕਿਰਤ ਕਰਨ ਵਾਲੇ ਲੋਕ ਨੇ। ਉਹ ਕੀ ਸਾਡਾ ਮੁਕਾਬਲਾ ਕਰ ਸਕਦੇ ਨੇ? ਪਰ ਜਦੋਂ ਮੈਦਾਨੇ ਜੰਗ ਦੇ ਅੰਦਰ ਸਿੱਖਾਂ ਦਾ ਸਾਹਮਣਾ ਹੋਇਆ ਤੇ ਮੁਗਲਾਂ ਦੀ ਫੌਜ ਨੂੰ ਗੱਲ ਸਮਝ ਵਿੱਚ ਪੈ ਗਈ ਕਿ ਜੋ ਅਸੀਂ ਸੋਚਿਆ ਸੀ ਉਹ ਹੈ ਹੀ ਨਹੀਂ, ਇੱਥੇ ਕੁਝ ਹੋਰ ਹੈ। ਤਾਂ ਭਾਈ ਗੁਰਦਾਸ ਜੀ ਕਹਿੰਦੇ ਉਹ ਵੱਡੇ ਸੂਰਮੇ ਨੇ ਜਿਨ੍ਹਾਂ ਨੇ 4 ਵਾਰੀ ਮੁਗਲਿਆ ਫੌਜ ਨੂੰ ਮੈਦਾਨੇ ਜੰਗ ਵਿੱਚ ਧੂੜ ਚੁਕਾ ਦਿੱਤੀ। ਵੱਡ ਯੋਧਾ, ਬਹੁ ਪਰਉਪਕਾਰੀ ਸੁਭਾਅ ਜਿਹੜਾ ਹੈ ਪਰਉਪਕਾਰ ਵਾਲਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ। ਕੈਸਾ ਪਰਉਪਕਾਰ ਕਰਦੇ ਨੇ ਜੀਵਾਂ ਉੱਪਰ ਮਹਾਰਾਜ, ਜੋ ਸ਼ਰਨ ਵਿੱਚ ਆਉਂਦਾ ਹੈ ਉਸ ਦਾ ਭਲਾ ਕਰ ਦਿੰਦੇ ਨੇ। ਗੁਰੂ ਤੋਂ ਵੱਡਾ ਪਰਉਪਕਾਰੀ ਕੋਈ ਨਹੀਂ। ਜਦੋਂ ਗਵਾਲੀਅਰ ਦੇ ਕਿਲੇ ਵਿੱਚ ਸਤਿਗੁਰਾਂ ਨੂੰ ਕੈਦ ਕੀਤਾ ਗਿਆ ਜਹਾਂਗੀਰ ਬਾਦਸ਼ਾਹ ਵੱਲੋਂ, ਉਥੇ 52 ਰਾਜੇ ਸਨ। ਬੜੀ ਬੁਰੀ ਦਸ਼ਾ ਸੀ ਉਹਨਾਂ ਰਾਜਿਆਂ ਦੀ। ਉਹਨਾਂ ਰਾਜਿਆਂ ਨੂੰ ਕੈਦ ਕੀਤਾ ਸੀ ਬਾਦਸ਼ਾਹ ਨੇ। ਉਹ ਰਾਜੇ ਕੇਵਲ ਇਹੀ ਧਾਰ ਕੇ ਬੈਠੇ ਸਨ ਕਿ ਬਾਹਰ ਦਾ ਸੂਰਜ ਨਹੀਂ ਵੇਖਾਂਗੇ। ਜਿਸ ਦਿਨ ਮੌਤ ਹੋਈ ਉਸੇ ਦਿਨ ਹੀ ਸਰੀਰ ਸਾਡਾ ਜੇਲ੍ਹ ਵਿੱਚੋਂ, ਕਿਲੇ ਵਿੱਚੋਂ ਬਾਹਰ ਜਾਏਗਾ। ਪਰ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਕਿਲੇ ਵਿੱਚ ਗਏ, ਇਹੋ ਜੀਆਂ ਬਖਸ਼ਿਸ਼ਾਂ ਵੰਡੀਆਂ ਸਤਿਗੁਰਾਂ ਨੇ ਉੱਥੇ ਕਿ ਉਹਨਾਂ ਰਾਜਿਆਂ ਦੇ ਮਨ ਦੇ ਵਿੱਚ ਇਹ ਭਾਵਨਾ ਜਾਗ ਪਈ ਕਿ ਅੱਜ ਕੋਈ ਅਜਿਹਾ ਇੱਥੇ ਆਇਆ ਹੈ ਜੋ ਸਾਡੀ ਬੰਦ ਖਲਾਸੀ ਕਰ ਦੇਵੇਗਾ। ਭਾਈ ਗੁਰਦਾਸ ਜੀ ਨੂੰ ਲਿਖਣਾ ਪਿਆ, ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਓਡੀਨਾ। ਜਿਸ ਦਿਨ ਸਤਿਗੁਰੂ ਰਿਹਾ ਹੋਏ ਕਿਲੇ ਵਿੱਚੋਂ, 52 ਦੇ 52 ਰਾਜੇ ਜਿਹੜੇ ਸਨ ਬੇਨਤੀਆਂ ਕਰਦੇ ਨੇ, ਮਹਾਰਾਜ ਕਿਰਪਾ ਕਰੋ ਸਾਡੀ ਬੰਦ ਖਲਾਸੀ ਕਰੋ। 6ਵੇਂ ਪਾਤਸ਼ਾਹ ਨੇ ਸਮੇਂ ਦੀ ਹਕੂਮਤ ਨੂੰ ਕਹਿ ਦਿੱਤਾ, ਅਸੀਂ ਤਾਂ ਕਿਲੇ ਵਿੱਚੋਂ ਬਾਹਰ ਜਾਵਾਂਗੇ ਜੇ ਤੁਸੀਂ ਇਹਨਾਂ ਨੂੰ ਛੱਡੋਗੇ, ਵਰਨਾ ਅਸੀਂ ਨਹੀਂ ਜਾਵਾਂਗੇ। ਹੈ ਕੋਈ ਸੰਸਾਰ ਵਿੱਚ ਅਜਿਹਾ ਜਿਹੜਾ ਕਿਸੇ ਵਾਸਤੇ ਆਪਣੀ ਰਿਹਾਈ ਛੱਡ ਦੇ? ਅਖੀਰ ਬਾਦਸ਼ਾਹ ਨੇ ਇੱਕ ਢੰਗ ਸੋਚਿਆ, ਤਰਕੀਬ ਸੋਚੀ। ਮਹਾਰਾਜ ਤੁਹਾਡੇ ਚੋਲੇ ਦੇ ਪੱਲੇ ਨੂੰ ਪਕੜ ਕੇ ਜਿੰਨੇ ਕੁ ਬਾਹਰ ਨਿਕਲ ਜਾਣਗੇ ਮੈਂ ਛੱਡ ਦਿਆਂਗਾ। ਬਾਦਸ਼ਾਹ ਸੋਚਦਾ ਸੀ 2 ਨਿਕਲ ਜਾਣਗੇ, 4 ਨਿਕਲ ਜਾਣਗੇ, 10 ਨਿਕਲ ਜਾਣਗੇ, 52 ਤਾਂ ਨਹੀਂ ਨਾ ਨਿਕਲ ਸਕਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 52 ਕਲੀਆਂ ਵਾਲਾ ਚੋਲਾ ਸਵਾ ਲਿਆ ਜਿਹੜਾ ਅੱਜ ਵੀ ਸੁਸ਼ੋਭਤ ਹੈ। ਉਸ ਚੋਲੇ ਨੂੰ ਪਹਿਨ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ 52 ਦੇ 52 ਜਿਹੜੇ ਰਾਜੇ ਸਨ ਉਹਨਾਂ ਨੂੰ ਇੱਥੋਂ ਰਿਹਾ ਕਰਾਇਆ। ਇਕੱਲਾ ਰਿਹਾ ਨਹੀਂ ਕਰਾਇਆ, ਉਹਨਾਂ ਨੂੰ ਬਣਦਾ ਸਤਿਕਾਰ ਤੇ ਮਾਣ ਵੀ ਦਿਵਾਇਆ ਬਾਦਸ਼ਾਹ ਕੋਲੋਂ। ਇਸ ਤੋਂ ਵੱਡਾ ਪਰਉਪਕਾਰ ਕਿਹੜਾ ਹੋ ਸਕਦਾ ਹੈ? ਭਾਈ ਗੁਰਦਾਸ ਜੀ ਨੇ ਉਹ ਉਦਾਹਰਣ ਦਿੱਤੀ, ਸਤਿਗੁਰ ਬੰਦੀ ਛੋੜ ਹੈ। ਬੰਦੀ ਦਾ ਆਖਰੀ ਅਰਥ ਹੈ ਗੁਲਾਮੀ। ਜਿਸ ਗੁਲਾਮੀ ਨੂੰ ਉਹ 52 ਰਾਜੇ ਜੇਲ੍ਹ ਦੇ ਅੰਦਰ ਭੋਗ ਰਹੇ ਸਨ, ਇਸ਼ਨਾਨ ਤੱਕ ਕਰਨਾ ਨਸੀਬ ਨਹੀਂ ਸੀ ਹੁੰਦਾ ਉਹਨਾਂ ਨੂੰ। ਬੁਰੀ ਹਾਲਤ ਸੀ ਉਹਨਾਂ ਰਾਜਿਆਂ ਦੀ।
ਉਸ ਕਿਲੇ ਵਿੱਚੋਂ, ਜੇਲ੍ਹ ਵਿੱਚੋਂ ਮਹਾਰਾਜ ਨੇ 52 ਰਾਜੇ ਛਡਾਏ। ਤੇ ਭਾਈ ਗੁਰਦਾਸ ਜੀ ਕਹਿੰਦੇ, ਸਿੱਖਾ ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨ ਪਕੜ ਲਏ ਤੇ ਤੈਨੂੰ ਵੀ ਸਤਿਗੁਰੂ ਕਿਰਪਾ ਕਰਕੇ ਇਹ ਸੰਸਾਰ ਰੂਪੀ ਜਿਹੜਾ ਬੰਦੀ ਖਾਨਾ ਇਹਦੇ ਵਿੱਚੋਂ ਸਤਿਗੁਰੂ ਰਿਹਾ ਕਰਕੇ ਜੀਵਨ ਮੁਕਤ ਦੀ ਦਾਤ ਤੈਨੂੰ ਬਖਸ਼ਿਸ਼ ਕਰ ਦੇਣਗੇ, ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਧਿਆ ਲਏ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਓਡੀਨਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸਤਿਕਾਰਯੋਗ ਮਾਤਾ ਗੰਗਾ ਜੀ ਉਹਨਾਂ ਦੇ ਗ੍ਰਹਿ ਵਿਖੇ ਗੁਰੂ ਸਾਹਿਬ ਨੇ ਗੁਰੂ ਕੀ ਵਡਾਲੀ ਪ੍ਰਕਾਸ਼ ਧਾਰਿਆ। ਤਵਾਰੀਖ ਜਿਹੜੀ ਇਸ ਤਰ੍ਹਾਂ ਬਿਆਨ ਕਰਦੀ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਗ੍ਰਹਿ ਵਿਖੇ ਸਪੁੱਤਰ ਨਹੀਂ ਸੀ। ਕਾਫੀ ਲੰਮਾ ਸਮਾਂ ਬਤੀਤ ਹੋ ਗਿਆ ਤੇ ਜਿਹੜਾ ਬਾਬਾ ਪ੍ਰਿਥੀ ਚੰਦ ਸੀ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੋਂ ਗੱਦੀ ਹਥਿਆਣਾ ਚਾਹੁੰਦਾ ਸੀ ਵੀ ਕਿਸੇ ਤਰੀਕੇ ਨਾਲ ਗੱਦੀ ਮਿਲ ਜਾਏ। ਉਸ ਦੇ ਮਨ ਦੇ ਅੰਦਰ ਇਹ ਭਾਵਨਾ ਸੀ ਕਿ ਜਿਹੜੀ ਗੁਰਤਾ ਗੱਦੀ ਹੈ ਇਹ ਆਉਣ ਵਾਲੇ ਸਮੇਂ ਵਿੱਚ ਮੈਨੂੰ ਜਾਂ ਮੇਰੇ ਪੁੱਤਰ ਨੂੰ ਮਿਲ ਜਾਏਗੀ। ਕਿਉਂ? ਗੁਰੂ ਅਰਜਨ ਦੇਵ ਸਾਹਿਬ ਦੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਸੀ। ਪ੍ਰਿਥੀ ਚੰਦ ਦੀ ਘਰ ਵਾਲੀ ਬੀਬੀ ਕਰਮੋਂ ਸਮੇਂ-ਸਮੇਂ ਤੇ ਬੋਲ ਕਬੋਲ ਮਾਤਾ ਗੰਗਾ ਜੀ ਨੂੰ ਬੋਲਦੀ ਹੈ। ਇੱਕ ਦਿਨ ਉਸ ਨੇ ਔਤਰਾ ਸ਼ਬਦ ਵਰਤਿਆ। ਔਤਰਾ ਸ਼ਬਦ, ਜਿਹਦੇ ਘਰ ਵਿੱਚ ਸੰਤਾਨ ਨਾ ਹੋਵੇ ਤੇ ਲੋਕ ਉਹਨਾਂ ਨੂੰ ਔਤਰਾ ਕਹਿ ਦਿੰਦੇ ਨੇ। ਮਾਤਾ ਗੰਗਾ ਜੀ ਨੂੰ ਬੜੀ ਠੇਸ ਲੱਗੀ, ਕਿਉਂਕਿ ਬੀਬੀ ਕਰਮੋਂ ਨੇ ਆਖਿਆ ਕਿ ਨਾ ਔਤਰੇ ਚਲੇ ਜਾਣਾ, ਗੱਦੀ ਤਾਂ ਸਾਡੀ ਹੈ, ਸਾਨੂੰ ਮਿਲੇਗੀ। ਇਹਨਾਂ ਦੇ ਘਰ ਵਿੱਚ ਕਿਹੜਾ ਕੋਈ ਸੰਤਾਨ ਹੈ। ਮਾਤਾ ਜੀ ਨੂੰ ਜਦੋਂ ਪਤਾ ਲੱਗਿਆ ਬੜੀ ਠੇਸ ਲੱਗੀ। ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਮਾਤਾ ਗੰਗਾ ਜੀ ਨੇ, ਤੇ ਸਤਿਗੁਰੂ ਕਹਿਣ ਲੱਗੇ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਜਾਓ ਤੇ ਉਹਨਾਂ ਨੂੰ ਬੇਨਤੀ ਕਰੋ, ਉਹ ਤੁਹਾਨੂੰ ਵਰ ਦੇਣਗੇ। ਸਵੇਰ ਦਾ ਸਮਾਂ ਹੋਇਆ, ਮਾਤਾ ਗੰਗਾ ਜੀ ਨੇ ਲੰਗਰ ਪਾਣੀ ਤਿਆਰ ਕੀਤਾ। ਉਹ ਰੱਥ ਕਹਿੰਦੇ ਅੱਜ ਵੀ ਸ਼ਸ਼ੋਭਤ ਹੈ, ਜਿਸ ਰੱਥ ਤੇ ਬਹਿ ਕੇ ਮਾਤਾ ਜੀ ਗਏ ਸਨ। ਰੱਥ ਤੇ ਬਹਿ ਕੇ ਸੇਵਕ ਤੇ ਦਾਸੀਆਂ ਨਾਲ ਲੈ ਕੇ ਮਾਤਾ ਗੰਗਾ ਜੀ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਖੇਤਾਂ 'ਚ ਸੇਵਾ ਕਰਦੇ ਸੀ ਉੱਥੇ ਜਾ ਪਹੁੰਚੇ। ਦੂਰੋਂ ਧੂੜ ਉੱਡਦੀ ਸੇ। ਬਾਬਾ ਜੀ ਸੇਵਕਾਂ ਨੂੰ ਵੇਖ ਕੇ ਕਹਿਣ ਲੱਗੇ, ਸਿੱਖੋ ਗੁਰੂ ਕੇ ਪਿਆਰਿਓ, ਵੇਖੋ ਕੌਣ ਆਉਂਦਾ, ਬੜਾ ਸ਼ੋਰ ਤੇ ਬੜੀ ਧੂੜ ਉੱਡ ਰਹੀ ਹੈ। ਸੇਵਕ ਉੱਠਿਆ, ਝਾਤੀ ਮਾਰੀ, ਵੇਖਿਆ ਮਹਾਰਾਜ ਗੁਰੂ ਕੇ ਮਹਿਲ ਆ ਰਹੇ ਨੇ। ਬਾਬਾ ਜੀ ਸੁਭਾਵਕ ਕਹਿੰਦੇ ਵੀ ਗੁਰੂ ਕਿਆਂ ਨੂੰ ਕਿੱਥੇ ਭਾਜੜਾਂ ਪਈਆਂ, ਸੁਭਾਵਕ ਬਚਨ ਨਿਕਲ ਗਿਆ। ਸ਼ੋਰ ਬੜਾ ਸੀ, ਧੂੜ ਬੜੀ ਉੱਡ ਰਹੀ ਸੀ, ਸੇਵਕ ਦਾਸੀਆਂ ਨਾਲ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ, ਮਾਤਾ ਜੀ ਪਾਸ ਆਏ, ਲੰਗਰ ਪਾਣੀ ਰੱਖਿਆ ਤੇ ਬੇਨਤੀ ਕੀਤੀ, ਬਾਬਾ ਜੀ ਪੁੱਤਰ ਦਾ ਵਰ ਲੈਣ ਵਾਸਤੇ ਆਏ ਆ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਾਤਾ ਮੈਂ ਤਾਂ ਗੁਰੂ ਘਰ ਦਾ ਕਾਹੀ ਆ, ਖੇਤਾਂ ਦੇ ਵਿੱਚੋਂ ਘਾਹ ਕੱਢਣ ਵਾਲਾ, ਮੇਰੇ ਕੋਲ ਕਿੱਥੇ ਇੰਨੀ ਤਾਕਤ ਹੈ ਵੀ ਮੈਂ ਕਿਸੇ ਦੀ ਝੋਲੀ 'ਚ ਪੁੱਤਰ ਪਾ ਦਿਆਂ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦਾਤਾਂ ਵੰਡਣ ਵਾਲੇ ਨੇ, ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰੋ, ਉਹ ਤੁਹਾਨੂੰ ਵਰ ਦੇਣਗੇ। ਮੈਂ ਤਾਂ ਕਾਹੀ ਹਾਂ, ਮੈਂ ਥੋੜਾ ਵਰ ਦੇ ਸਕਦਾ, ਮੇਰੇ ਬਚਨਾਂ ਨਾਲ ਕੀ ਹੋਣਾ। ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਇਹ ਬਚਨ ਕਿਹਾ, ਮਾਤਾ ਜੀ ਨਿਰਾਸ਼ ਹੋ ਕੇ ਵਾਪਸ ਗਏ। ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਸਤਿਗੁਰ ਜੀ ਵਰਦਾ ਨਹੀਂ ਮਿਲਿਆ, ਬਚਨ ਹੋ ਗਿਆ ਵੀ ਗੁਰੂ ਕਿਆਂ ਨੂੰ ਕਿੱਥੇ ਭਾਜੜਾਂ ਪਈਆਂ ਨੇ।
ਸਤਿਗੁਰੂ ਕਹਿਣ ਲੱਗੇ ਗੰਗਾ ਜੀ ਜਾਣ ਦਾ ਤਰੀਕਾ ਠੀਕ ਨਹੀਂ ਸੀ। ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੈ ਕੋਏ। ਜਦੋਂ ਸਾਧੂ ਦੇ ਪਾਸ ਜਾਈਏ, ਉਹਦੇ ਦਰਸ਼ਨ ਕਰਨ ਜਾਈਏ, ਉਹਨੂੰ ਮਿਲਣ ਜਾਈਏ ਤੇ ਨਾਲ ਨਹੀਂ ਕਿਸੇ ਨੂੰ ਲੈ ਕੇ ਜਾਈਦਾ। ਤੇ ਜਦੋਂ ਕੁਝ ਮੰਗਣ ਜਾਈਏ ਫਿਰ ਤਾਂ ਹੋਰ ਜ਼ਿਆਦੀ ਨਿਰਮਾਨਤਾ ਨਾਲ ਜਾਈਦਾ। ਮਾਤਾ ਜੀ ਨੇ ਅਗਲੇ ਦਿਨ ਅੰਮ੍ਰਿਤ ਵੇਲੇ ਆਪਣੇ ਹੱਥੀਂ ਚੱਕੀ ਦੇ ਵਿੱਚ ਆਟਾ ਪੀਹ ਕੇ ਮਿੱਸੇ ਪ੍ਰਸ਼ਾਦੇ ਤਿਆਰ ਕੀਤੇ, ਲੱਸੀ ਲੈ ਲਈ, ਪਿਆਜ਼ ਲੈ ਲਏ, ਮੱਖਣ ਲੈ ਕੇ ਤੇ ਮਾਤਾ ਗੰਗਾ ਜੀ ਨੇ ਭੋਜਨ ਜਿਹੜਾ ਸੀ ਸੀਸ ਤੇ ਰੱਖ ਲਿਆ ਤੇ ਇਤਿਹਾਸਕਾਰ ਲਿਖਦੇ ਵੀ ਚਰਨਾਂ ਵਿੱਚੋਂ ਜੋੜਾ ਵੀ ਉਤਾਰ ਦਿੱਤਾ। ਜਦੋਂ ਤੁਰਨ ਲੱਗੇ ਤੇ ਇੱਕ ਦਾਸੀ ਕਹਿੰਦੀ ਮਾਤਾ ਜੀ ਮੈਂ ਆਪ ਜੀ ਦੇ ਨਾਲ ਜਾਵਾਂਗੀ। ਕੇਵਲ ਇੱਕ ਦਾਸੀ ਨੂੰ ਨਾਲ ਲੈ ਕੇ ਮਾਤਾ ਗੰਗਾ ਜੀ ਉਥੇ ਆਣ ਪਹੁੰਚੇ ਜਿੱਥੇ ਬਾਬਾ ਬੁੱਢਾ ਸਾਹਿਬ ਖੇਤਾਂ ਦੀ ਸੇਵਾ ਕਰਦੇ ਸਨ। ਮਾਤਾ ਜੀ ਨੂੰ ਜਦੋਂ ਵੇਖਿਆ ਤੇ ਬਾਬਾ ਜੀ ਅੱਜ ਫੇਰ ਉੱਠ ਖਲੋਤੇ। ਸਾਧੂ ਦਾ ਸੁਭਾਅ ਤੇ ਉਹਦੀ ਮੌਜ ਦਾ ਅੰਤ ਕੋਈ ਨਹੀਂ ਹੁੰਦਾ। ਪਹਿਲੇ ਦਿਨ ਵੇਖੋ ਕੀ ਬਚਨ ਕਿਹਾ ਵੀ ਗੁਰੂ ਕਿਆਂ ਨੂੰ ਕਿੱਥੇ ਭਾਜੜਾਂ ਪਈਆਂ ਨੇ। ਸਾਧੂ ਦੀ ਮੌਜ ਬੜੀ ਮਹਾਨ ਹੁੰਦੀ ਹੈ, ਕੁਝ ਨਹੀਂ ਕਹਿ ਸਕਦੇ ਉਹਦੇ ਬਾਰੇ। ਪਹਿਲੇ ਦਿਨ ਨਹੀਂ ਸੀ ਮੌਜ, ਦੂਜੇ ਦਿਨ ਕਿਤੇ ਮੌਜ ਦੇ ਵਿੱਚ ਆ ਗਏ। ਇਹੋ ਜੀ ਮੌਜ। ਉੱਠ ਖਲੋਤੇ ਮਾਤਾ ਜੀ ਅੱਜ ਤੁਹਾਡੇ ਪੁੱਤਰ ਨੂੰ ਨਾ ਬੜੀ ਭੁੱਖ ਲੱਗੀ ਸੀ ਤੇ ਤੁਸੀਂ ਲੰਗਰ ਲੈ ਕੇ ਆਏ ਹੋ। ਉਹ ਲੰਗਰ ਤਾਂ ਪਹਿਲੇ ਦਿਨ ਵੀ ਆਇਆ ਸੀ, ਪਰ ਉਸ ਦਿਨ ਮੌਜ ਨਹੀਂ ਸੀ ਸਾਧੂ ਦੀ, ਅੱਜ ਮੌਜ ਵਿੱਚ ਸੀਗੇ। ਮਾਤਾ ਜੀ ਭਲੇ ਸਮੇਂ ਆਏ ਹੋ, ਤੁਹਾਡੇ ਪੁੱਤਰ ਨੂੰ ਬੜੀ ਭੁੱਖ ਲੱਗੀ ਸੀ, ਲਿਆਓ ਪ੍ਰਸ਼ਾਦਾ ਛਕਾਓ। ਧਰਤੀ ਤੇ ਚੌਂਕੜਾ ਮਾਰ ਕੇ ਬਾਬਾ ਜੀ ਬਹਿ ਗਏ। ਮਾਤਾ ਜੀ ਨੇ ਮਿੱਸੇ ਪ੍ਰਸ਼ਾਦੇ ਹੱਥ ਦੀ ਤਲੀ ਤੇ ਰੱਖੇ, ਲੱਸੀ ਪਾ ਕੇ ਦਿੱਤੀ ਤੇ ਪਿਆਜ਼ ਜਿਹੜਾ ਸੀ ਨਾ ਜਦੋਂ ਉਹ ਦਿੱਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਰੱਖ ਕੇ ਪਿਆਜ਼ ਤੇ ਉੱਪਰ ਮੁੱਕੀ ਮਾਰੀ ਜ਼ੋਰ ਕੇ। ਪਿਆਜ਼ ਦੇ ਵਿੱਚ ਗੰਢ ਜੀ ਹੁੰਦੀ ਹੈ ਨਾ ਇੱਕ, ਜਦੋਂ ਮੁੱਕੀ ਮਾਰੀ ਤੇ ਉਹ ਗੰਢ ਨਿਕਲ ਕੇ ਉਹ ਦੂਰ ਜਾ ਡਿੱਗੀ ਤੇ ਸਤਿਗੁਰੂ ਕਹਿਣ ਲੱਗੇ ਮਾਈ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ। ਮਾਤਾ ਜੀ ਤੁਹਾਡੇ ਘਰ ਵਿੱਚ ਯੋਧਾ ਪੈਦਾ ਹੋਵੇਗਾ, ਇਹੋ ਜਿਹਾ ਯੋਧਾ ਜਿਹਦਾ ਬਲ ਤੇ ਜਿਹਦਾ ਤਪ ਕੋਈ ਸਹਾਰ ਨਹੀਂ ਸਕੇਗਾ, ਇਹੋ ਜਿਹਾ ਸੂਰਮਾ ਪੈਦਾ ਹੋਵੇਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਕਿ ਜਦੋਂ ਬਚਨ ਹੋਇਆ ਤੇ ਆਕਾਸ਼ ਵਿੱਚ ਕਾਲੀ ਘਟਾ ਛਾ ਗਈ ਤੇ ਬਿਜਲੀ ਗਰਜਣ ਲੱਗ ਪਈ ਜਦੋਂ ਬਾਬਾ ਬੁੱਢਾ ਸਾਹਿਬ ਦਾ ਬਚਨ ਹੋਇਆ। ਮਾਤਾ ਜੀ ਨੇ ਵਰ ਪ੍ਰਾਪਤ ਕੀਤਾ ਬਾਬਾ ਬੁੱਢਾ ਜੀ ਪਾਸੋਂ। ਵਰ ਤਾਂ ਪੰਜਵੇਂ ਪਾਤਸ਼ਾਹ ਵੀ ਦੇ ਸਕਦੇ ਸਨ, ਪਰ ਮਾਲਕ ਦੀ ਪ੍ਰਭੂ ਦੀ ਮੌਜ ਹੁੰਦੀ ਹੈ ਕਿ ਉਹ ਵਡਿਆਈ ਹਮੇਸ਼ਾ ਆਪਣੇ ਸੇਵਕ ਨੂੰ ਬਖਸ਼ਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ 6 ਜਾਮਿਆਂ ਦੀ ਸੇਵਾ ਕੀਤੀ ਬਾਬਾ ਬੁੱਢਾ ਸਾਹਿਬ ਨੇ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਜੀ ਤੱਕ। ਜਦੋਂ ਬਾਬਾ ਬੁੱਢਾ ਸਾਹਿਬ ਨੇ ਸਰੀਰ ਤਿਆਗਿਆ ਤੇ ਉਹਨਾਂ ਦਾ ਸੰਸਕਾਰ ਜਿਹੜਾ 6ਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਕੀਤਾ। 2 ਸਿੱਖਾਂ ਦਾ ਜ਼ਿਕਰ ਆਉਂਦਾ ਇਤਿਹਾਸ ਵਿੱਚ, ਇੱਕ ਮਾਤਾ ਭਰਾਈ ਤੇ ਇੱਕ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦਾ ਸੰਸਕਾਰ 6ਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਕੀਤਾ ਸੀ। ਬਾਬਾ ਬੁੱਢਾ ਸਾਹਿਬ ਜੀ ਨੂੰ ਵਡਿਆਈ ਬਖਸ਼ੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਜਿਹੜੇ ਸਾਰੇ ਸੰਸਾਰ ਨੂੰ ਵਰ ਦਿੰਦੇ ਨੇ। 5ਵੇਂ ਪਾਤਸ਼ਾਹ ਜੀ ਦੂਧ ਪੂਤ ਕੇ ਦਵਈਆ, ਤੇ ਉਹ ਮਾਤਾ ਗੰਗਾ ਜੀ ਨੂੰ ਵੀ ਵਰ ਦੇ ਸਕਦੇ ਸਨ, ਪਰ ਵਡਿਆਈ ਆਪਣੇ ਸੇਵਕ ਦੀ ਝੋਲੀ ਵਿੱਚ ਪਾ ਦਿੱਤੀ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ। ਜਦੋਂ ਪਰਮੇਸ਼ਰ ਨੂੰ ਆਪਣੀ ਵਡਿਆਈ ਕਰਾਉਣੀ ਚੰਗੀ ਲੱਗਦੀ ਹੈ ਨਾ, ਆਪਣੇ ਸੇਵਕਾਂ ਦੀ ਉਹ ਜੈ ਜੈਕਾਰ ਕਰਾ ਦਿੰਦਾ ਹੈ, ਆਪਣੇ ਭਗਤਾਂ ਦੀ ਵਡਿਆਈ ਕਰਾ ਦਿੰਦਾ ਹੈ।
ਭਗਤਾਂ ਦੀ ਵਡਿਆਈ ਕਰਨੀ ਹੀ ਪ੍ਰਮਾਤਮਾ ਦੀ, ਵਾਹਿਗੁਰੂ ਅਕਾਲ ਪੁਰਖ ਦੀ ਵਡਿਆਈ ਕਰਨੀ ਹੈ। ਜਦੋਂ ਸੁਲਹੀ ਖਾਂ ਤੇ ਸੁਲੱਭੀ ਖਾਂ ਨੇ 2 ਵਾਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੇ ਹਮਲਾ ਕਰਨ ਦਾ ਯਤਨ ਕੀਤਾ, ਉਸ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕੁਝ ਸਮੇਂ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਵਡਾਲੀ ਨਗਰ ਵਿੱਚ ਚਲੇ ਗਏ, ਜਿਹਨੂੰ ਅੱਜ ਕੱਲ੍ਹ ਗੁਰੂ ਕੀ ਵਡਾਲੀ ਕਹਿੰਦੇ ਨੇ। ਉਸ ਜਗ੍ਹਾ ਤੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਇਸ ਸੰਦਰਭ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਣੀ ਵਿੱਚ ਸ਼ਬਦ ਵੀ ਉਚਾਰਨ ਕੀਤੇ ਸਨ। ਜਮਿਆ ਪੂਤ ਭਗਤ ਗੋਬਿੰਦ ਕਾ, ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਭਗਤ ਸਾਡੇ ਘਰ ਦੇ ਵਿੱਚ ਸੁਪੁੱਤਰ ਪ੍ਰਗਟ ਹੋਇਆ ਹੈ। ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ, ਜੋ ਤੁਰ ਤੋਂ ਵਾਹਿਗੁਰੂ ਨੇ ਲਿਖਿਆ ਸੀ ਸਭਨਾ ਵਿੱਚ ਪ੍ਰਗਟ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾਢੇ ਦਾ ਭੰਨਾ। ਹਾਲਾਂਕਿ ਬੰਨਾ ਦਾ ਅੱਖਰ ਵਿਦਵਾਨ ਇਹ ਵੀ ਕਰਦੇ ਨੇ ਰੋਕ ਪਾ ਦੇਣੀ, ਪਰ ਬੰਨਾ ਪੁੱਤਰ ਨੂੰ ਵੀ ਕਹਿੰਦੇ ਨੇ। ਰਾਜਸਥਾਨ ਦੇ ਇਲਾਕੇ ਵਿੱਚ ਬੰਨਾ ਪੁੱਤਰ ਨੂੰ ਵੀ ਕਹਿੰਦੇ, ਸ਼ਾਇਦ ਪੰਜਾਬ ਦੀ ਪੁਰਾਣੀ ਬੋਲੀ ਵਿੱਚ ਵੀ ਕਹਿੰਦੇ ਨੇ ਬੰਨਾ ਪੁੱਤਰ ਨੂੰ। ਵਿਦਵਾਨ ਇਹ ਵੀ ਅਰਥ ਕਰਦੇ ਨੇ ਕਿ ਪਰਮੇਸ਼ਰ ਦਿੱਤਾ ਬੰਨਾ, ਉਸ ਪਰਮੇਸ਼ਰ ਨੇ ਪੁੱਤਰ ਦੀ ਦਾਤ ਸਾਨੂੰ ਬਖਸ਼ਿਸ਼ ਕਰ ਦਿੱਤੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਬੜੀਆਂ ਖੁਸ਼ੀਆਂ ਗੁਰੂ ਘਰ ਦੇ ਵਿੱਚ ਆ ਗਈਆਂ। ਤੇ ਇੱਕ ਅਜਿਹਾ ਇਨਸਾਨ ਸੀ ਜਿਹਨੂੰ ਸਭ ਤੋਂ ਜ਼ਿਆਦਾ ਦੁੱਖ ਸੀ, ਬਾਬਾ ਪ੍ਰਿਥੀ ਚੰਦ। ਉਹ ਤਾਂ ਇਹ ਸੋਚਦਾ ਸੀ ਕਿ ਇਦਾਂ ਹੀ ਇਹਨਾਂ ਚਲੇ ਜਾਣਾ, ਗੱਦੀ ਸਾਡੇ ਕੋਲ ਆ ਜਾਣੀ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਇਆ ਨਾ, ਜਨਮ ਹੋਇਆ, ਤੇ ਬਾਬੇ ਪ੍ਰਿਥੀ ਚੰਦ ਨੂੰ ਦੁੱਖ ਲੱਗਿਆ। ਇਹ ਕਿਵੇਂ ਹੋ ਗਿਆ? ਮੈਂ ਤਾਂ ਇਹ ਸੋਚਿਆ ਸੀ ਇਹਨਾਂ ਦੇ ਘਰ ਦੇ ਵਿੱਚ ਪੁੱਤਰ ਨੇ ਜਨਮ ਹੀ ਨਹੀਂ ਲੈਣਾ। ਉਹਨਾਂ ਨੇ ਕੁਝੀਆਂ ਚਾਲਾਂ ਚੱਲੀਆਂ। ਇੱਕ ਸਪੇਰਾ ਸੀ, ਜਦੋਂ ਮਹਾਰਾਜ ਥੋੜੇ ਵੱਡੇ ਹੋਏ ਨਾ ਤੇ ਵਿਹੜੇ ਵਿੱਚ ਰੜਨ ਲੱਗ ਪਏ। ਸਪੇਰੇ ਨੂੰ ਮਾਇਆ ਦੇ ਦਿੱਤੀ। ਸਪੇਰਾ ਆਇਆ, ਉਹਨੇ ਸੱਪ ਘਰ ਦੇ ਵਿਹੜੇ 'ਚ ਛੱਡ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘਰ ਦੇ ਵਿਹੜੇ 'ਚ ਖੇਡਦੇ ਪਏ ਸਨ, ਤੇ ਜਿਹੜਾ ਸੱਪ ਫੁੰਕਾਰੇ ਮਾਰਦਾ ਜਦੋਂ ਮਹਾਰਾਜ ਵੱਲ ਪਹੁੰਚਿਆ ਤੇ ਸਤਿਗੁਰਾਂ ਨੇ ਸੱਪ ਦੀ ਪੂਛ ਪਕੜ ਲਈ ਤੇ ਕਦੀ ਪਟਕਾਰ ਕੇ ਇੱਧਰ ਮਾਰਿਆ ਤੇ ਕਦੇ ਇੱਧਰ ਮਾਰਿਆ। ਸਤਿਗੁਰਾਂ ਨੇ ਉਹ ਸੱਪ ਜਿਹੜਾ ਮੁਕਾ ਦਿੱਤਾ। ਮਾਤਾ ਗੰਗਾ ਜੀ ਨੇ ਜਦੋਂ ਵੇਖਿਆ ਦੌੜ ਕੇ ਆਏ, ਇਹ ਕੀ ਕੌਤਕ ਹੈ। ਉਹ ਜਿਹੜਾ ਸਪੇਰਾ ਸੀ ਉਹ ਫੜ ਲਿਆ। ਕਿਹਨੇ ਭੇਜਿਆ? ਸੱਚ ਤਾਂ ਦੱਸਣਾ ਪੈਣਾ ਸੀ ਨਾ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਤਨੀ ਕੁ ਖੁਸ਼ੀ ਵਿੱਚ, ਇਤਨੇ ਕੁ ਆਨੰਦ ਵਿੱਚ ਸਨ ਆਪਣੇ, ਕਿਉਂਕਿ ਉਹਨਾਂ ਦਾ ਸੁਭਾਅ ਹੀ ਸੀ ਕਿ ਦੂਜਿਆਂ ਦੇ ਉੱਤੇ ਪਰਉਪਕਾਰ ਕਰਨਾ ਤੇ ਦਇਆ ਕਰਨੀ। ਜਦੋਂ ਬਾਬੇ ਪ੍ਰਿਥੀ ਚੰਦ ਦਾ ਇਹ ਵਾਰ ਨਹੀਂ ਚੱਲਿਆ ਤੇ ਦੂਜਾ ਤਰੀਕਾ ਅਪਣਾਇਆ। ਇੱਕ ਬ੍ਰਾਹਮਣ ਸੀ ਜਿਹੜਾ ਮਹਾਰਾਜ ਦਾ ਖੜਾਵਾ ਸੀ, ਕਢਾਉਂਦਾ ਹੁੰਦਾ ਸੀ 6ਵੇਂ ਪਾਤਸ਼ਾਹ ਨੂੰ। ਪ੍ਰਿਥੀ ਚੰਦ ਨੇ ਉਹਨੂੰ ਆਖਿਆ ਵੀ ਤੈਨੂੰ ਮਾਇਆ ਦਿਆਂਗਾ, ਤੂੰ ਬਾਲ ਹਰਗੋਬਿੰਦ ਨੂੰ ਜ਼ਹਿਰ ਦੇ ਦੇ, ਮਾਰ ਦੇ ਉਹਨਾਂ ਨੂੰ। ਉਹਨੇ ਕੁਝ ਪੈਸੇ ਪਹਿਲਾਂ ਦੇ ਦਿੱਤੇ ਤੇ ਬਾਕੀ ਕੰਮ ਹੋਣ ਤੋਂ ਬਾਅਦ ਦਿਆਂਗਾ। ਗੁਰੂ ਹਰਗੋਬਿੰਦ ਸਾਹਿਬ ਜੀ ਸਵੇਰੇ ਹਰ ਰੋਜ਼ ਨਾ ਦਹੀਂ ਖਾਂਦੇ ਸਨ। ਉਹ ਦਹੀਂ ਖਵਾਉਂਦਾ ਸੀ ਰੋਜ਼। ਉਸ ਦਿਨ ਉਹਨੇ ਦਹੀਂ ਦੇ ਵਿੱਚ ਜ਼ਹਿਰ ਮਿਲਾ ਦਿੱਤਾ ਤੇ ਕਹਿੰਦੇ ਚਵਾਰੇ ਦੇ ਵਿੱਚ ਮਹਾਰਾਜ ਨੂੰ ਲੈ ਕੇ ਬਹਿ ਗਿਆ। ਤੇ ਜਦੋਂ ਦਹੀਂ ਖਵਾਉਣ ਲੱਗਾ ਨਾ ਤੇ ਸਤਿਗੁਰੂ ਉੱਚੀ ਉੱਚੀ ਰੋਣ ਲੱਗ ਪਏ, ਉੱਚੀ ਉੱਚੀ। 5ਵੇਂ ਪਾਤਸ਼ਾਹ ਜੀ ਦੇ ਕੰਨੀ ਆਵਾਜ਼ ਪਈ। ਹਜ਼ੂਰ ਕਹਿਣ ਲੱਗੇ ਵੀ ਅੱਜ ਹਰਗੋਬਿੰਦ ਉਹ ਰੋਂਦੇ ਕਿਉਂ ਨੇ? ਜਾਓ ਸਿੱਖੋ, ਪਤਾ ਕਰਕੇ ਆਓ। ਗੁਰਸਿੱਖ ਗਏ, ਉਹਨਾਂ ਵੇਖਿਆ, ਪੁੱਛਿਆ ਭਾਈ ਕਿਉਂ ਰੋਂਦਾ ਹੈ? ਕਹਿਣ ਲੱਗਾ ਜੀ ਦਹੀਂ ਨਹੀਂ ਛਕਦੇ, ਅੱਗੇ ਰੋਜ਼ ਛਕਦੇ ਨੇ, ਮੈਂ ਦਹੀਂ ਛਕਾਉਣ ਦਾ ਯਤਨ ਕਰ ਰਿਹਾ।
ਸਿੱਖਾਂ ਨੇ ਆ ਕੇ ਮਹਾਰਾਜ ਨੂੰ ਦੱਸਿਆ, ਸਤਿਗੁਰੂ ਹਰ ਰੋਜ਼ ਜਿਹੜਾ ਖੜਾਵਾ ਦਹੀਂ ਛਕਾਉਂਦਾ, ਪਰ ਅੱਜ ਮਹਾਰਾਜ ਦਹੀਂ ਨਹੀਂ ਛਕਦੇ। ਸਤਿਗੁਰੂ ਕਹਿੰਦੇ ਇੱਥੇ ਲਿਆਓ, ਅਸਾਂ ਛਕਾਉਂਦੇ ਆ। ਖੜਾਵਾ ਖੁਸ਼ ਹੋ ਗਿਆ, ਚਲੋ ਮੇਰੇ ਹੱਥੋਂ ਨਹੀਂ ਸੀ, ਇਹ ਛਕਾ ਦੇਣਗੇ ਤੇ ਇਹਨਾਂ ਦੇ ਹੱਥੋਂ ਸ਼ਾਇਦ ਉਹ ਸਰੀਰ ਤਿਆਗ ਜਾਣ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤਾਂ ਜਾਣਦੇ ਸਨ। ਸਤਿਗੁਰਾਂ ਨੇ ਗੋਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਲੈ ਕੇ ਜਦੋਂ ਦਹੀਂ ਮੁਖ ਨੂੰ ਲਾਈ ਤੇ ਮੂੰਹ ਮੋੜ ਲਿਆ, ਤੇ ਕਵੀ ਸੰਤੋਖ ਸਿੰਘ ਜੀ ਲਿਖਦੇ, ਇਉਂ ਜਤਾਉਣ ਜਿਵੇਂ ਦੱਸਦੇ ਹੋਣ ਕਿ ਇਹਦੇ ਵਿੱਚ ਜ਼ਹਿਰ ਹੈ। ਸਤਿਗੁਰੂ ਮਹਾਰਾਜ ਦੇ ਪਲੰਘ ਹੇਠਾਂ ਇੱਕ ਕੂਕਰ ਬੈਠਾ ਸੀ, ਕਹਿੰਦੇ ਜਿਹੜਾ ਹਰ ਵਕਤ ਮਹਾਰਾਜ ਦੇ ਨਾਲ ਰਹਿੰਦਾ ਸੀ। ਕੂਕਰ ਕੁੱਤਾ, ਉਹਦਾ ਇੱਕ ਬਰਤਨ ਸੀ, ਉਹ ਕੌਲੀ ਵਿੱਚ ਦਹੀਂ ਪਾ ਦਿੱਤੀ। ਮਹਾਰਾਜ ਨੇ ਜਦੋਂ ਖਾਧੀ ਤੇ ਉਹ ਚੱਲ ਵਸਿਆ ਨਾਲ ਹੀ। ਹੁਣ ਉਹ ਖੜਾਵਾ, ਉਹਨੂੰ ਸਮਾਨ ਦੇ ਲਈ ਥਾਂ ਨਹੀਂ ਸੀ ਲੱਭ ਰਹੀ। ਤੇ ਗੁਰਬਾਣੀ ਵਿੱਚ ਬਚਨ ਵੀ ਆਉਂਦਾ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਉਹਦੇ ਪੇਟ ਦੇ ਵਿੱਚ ਸੂਲ ਪੈ ਗਿਆ ਉਸੇ ਵਕਤ। ਲੇਪ ਨਾ ਲਾਗੋ ਤਿਲਕਾ ਮੂਲ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਿਲ ਮਾਤਰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਪਹੁੰਚਿਆ, ਕੋਈ ਸੰਕਟ ਨਹੀਂ ਆਇਆ, ਪਰ ਉਹ ਜਿਹੜਾ ਬ੍ਰਾਹਮਣ ਦੁਸ਼ਟ ਸੀ ਉਹਦੇ ਪੇਟ ਵਿੱਚ ਸੂਲ ਹੋਇਆ, ਦਰਦ ਉੱਠੀ, ਸਰੀਰ ਤੇ ਆ ਗਿਆ। ਆਪਣੀ ਕੀਤੀ ਦਾ ਫਲ ਉਹਨੇ ਪ੍ਰਾਪਤ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੂੰ ਚੇਚਕ ਵੀ ਹੋਈ ਸੀ। ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਇਹ ਬਚਨ ਵੀ ਉਚਾਰਨ ਕੀਤੇ ਮਹਾਰਾਜ ਨੇ। ਚੇਚਕ ਦੀ ਬਿਮਾਰੀ ਸੀ, ਉਹ ਨਿਕਲ ਆਈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਨੇਤਰ ਪ੍ਰਗਾਸ ਕੀਆ ਗੁਰਦੇਵ। ਸਾਡੇ ਤਾਂ ਤੁਰ ਪੈਂਦੇ ਨਾ ਦੇਵੀ ਦਾ ਫਾਂਡਾ ਕਰਾਉਣ, ਤੇ ਗੁਰੂ ਘਰ ਦੀ ਮਰਿਆਦਾ ਕੀ ਹੈ? ਬੁਖਾਰ ਹੋ ਗਿਆ, ਚੇਚਕ ਨਿਕਲ ਆਈ ਜਦੋਂ ਸਰੀਰ ਤੇ ਨਾ, ਵੱਡੇ ਵੱਡੇ ਦਾਣੇ ਹੋ ਗਏ, ਫਲੂਏ ਬਣਨ ਲੱਗ ਪਏ, ਛਾਲੇ ਬਣਨ ਲੱਗ ਪਏ। ਤੇ ਮਾਤਾ ਜੀ ਨੇ ਬੇਨਤੀ ਕੀਤੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ, ਗਰੀਬ ਨਵਾਜ ਕਿਰਪਾ ਕਰੋ। ਪੰਜਵੇਂ ਪਾਤਸ਼ਾਹ ਜੀ ਆਏ, ਨੇਤਰ ਪ੍ਰਗਾਸ ਕੀਆ ਗੁਰਦੇਵ। ਗੁਰੂ ਅਰਜਨ ਦੇਵ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਪਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ। ਨੇਤਰ ਦ੍ਰਿਸ਼ਟੀ ਪਾਉਂਦਿਆਂ ਸਾਰੀ ਸਰੀਰ ਦਾ ਰੋਗ ਜਿਹੜਾ ਨਿਵਰਤ ਹੋ ਗਿਆ। ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਉਸ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸੀਤਲਾ ਤੋਂ ਰੱਖਿਆ ਕੀਤੀ। ਉਹਨਾਂ ਨੇ ਇਸ ਰੋਗ ਤੋਂ, ਚੇਚਕ ਤੋਂ ਛੁਟਕਾਰਾ ਦਿਵਾਇਆ। ਆਪਣੇ ਬਾਲਕ ਆਪ ਰੱਖੇ ਅਨਪਾਰ ਬ੍ਰਹਮ ਗੁਰਦੇਵ। ਹਰਗੋਬਿੰਦ ਰਾਖਿਆ ਮੇਰੇ ਭਾਈ, ਆਪਣੇ ਬਾਲਕ ਦੀ ਪਾਰ ਬ੍ਰਹਮ ਗੁਰਦੇਵ ਨੇ ਆਪ ਕਿਰਪਾ ਕਰਕੇ ਰੱਖਿਆ ਕੀਤੀ। ਔਰ ਬੜੀ ਵਿਸਮਾਦਕ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਸਭ ਤੋਂ ਜ਼ਿਆਦਾ ਜੇ ਸ਼ਬਦ ਆਏ ਨੇ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਥਾਏ ਆਏ ਨੇ। ਭਾਵ 10 ਪਾਤਸ਼ਾਹੀਆਂ ਦੇ ਵਿੱਚ ਜੇ ਆਪਾਂ ਗੁਰੂ ਨਾਨਕ ਸਾਹਿਬ ਜੀ ਤੋਂ 9ਵੇਂ ਪਾਤਸ਼ਾਹ ਜੀ ਤੱਕ ਵੇਖੀਏ ਨਾ, 5ਵੇਂ ਪਾਤਸ਼ਾਹ ਤੱਕ ਬਾਣੀ ਉਚਾਰੀ, ਫਿਰ 9ਵੇਂ ਪਾਤਸ਼ਾਹ ਨੇ ਬਾਣੀ ਉਚਾਰੀ। ਗੁਰੂ ਸਾਹਿਬਾਨਾਂ ਨੇ ਬਾਣੀ ਉਚਾਰੀ ਨਾਨਕ ਨਾਮ ਦੀ ਛਾਪ ਮੋਹਰ ਲਾ ਕੇ, ਤੇ ਗੁਰੂ ਦੀ ਵਡਿਆਈ ਕੀਤੀ, ਅਕਾਲ ਪੁਰਖ ਦੀ ਵਡਿਆਈ ਕੀਤੀ। ਪਰ ਜੇ ਕਿਸੇ ਦਾ ਸਭ ਤੋਂ ਜ਼ਿਆਦਾ ਜ਼ਿਕਰ ਆਉਂਦਾ ਨਾ, ਜੇ ਕਿਸੇ ਗੁਰੂ ਸਾਹਿਬਾਨ ਜੀ ਦਾ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜ਼ਿਕਰ ਆਉਂਦਾ ਬਚਪਨ ਵਿੱਚ, ਜਿਨ੍ਹਾਂ ਦੇ ਪ੍ਰਥਾਏ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਈ ਸ਼ਬਦ ਉਚਾਰਨ ਕੀਤੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਥਾਏ। ਗੁਰੂ ਕਾਲ ਦੇ ਸਮੇਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਥੰਮ ਸਨ ਜਿਨ੍ਹਾਂ ਨੇ ਸਿੱਖੀ ਦੇ ਵਿੱਚ ਇੱਕ ਨਵਾਂ ਰੂਪ ਭਰਿਆ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਦੇ ਨੇ। ਇੱਕ ਥੜਾ ਬਣਾਇਆ ਗਿਆ, ਪਹਿਲਾ ਨਾਮ ਸੀ ਅਕਾਲ ਬੂੰਗਾ, ਹੁਣ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਕਹਿੰਦੇ ਆ।
ਥੜਾ ਕੇਵਲ ਬਣਾਇਆ ਸੀ, ਜਿੱਥੇ ਮਹਾਰਾਜ ਸ਼ਸ਼ੋਭਤ ਹੋਏ ਸਨ। ਬੁੱਢੇ ਅਰ ਗੁਰਦਾਸ ਬਨਾਇਓ, ਔਰ ਕਿਨਹੂ ਨੇ ਹਾਥ ਨਾ ਲਾਇਓ। ਦੋ ਸਿੱਖਾਂ ਨੇ ਬਣਾਇਆ ਅਕਾਲ ਤਖਤ ਸਾਹਿਬ, ਕੇਵਲ ਦੋ ਸਿੱਖਾਂ ਨੇ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ। ਉਹਨਾਂ ਨੇ ਥੜਾ ਬਣਾਇਆ, ਕਿਸੇ ਹੋਰ ਸਿੱਖ ਨੇ ਹੱਥ ਨਹੀਂ ਲਾਇਆ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਥੜੇ ਉੱਪਰ ਸ਼ਸ਼ੋਭਤ ਹੋਏ ਤੇ ਪਹਿਲਾ ਹੁਕਮਨਾਮਾ ਕੀ ਜਾਰੀ ਕੀਤਾ? ਗੁਰੂ ਕੇ ਸਿੱਖੋ, ਜਿਹੜਾ ਘੋੜਾ ਲੈ ਕੇ ਆਏਗਾ, ਸ਼ਸਤਰ ਲੈ ਕੇ ਆਵੇਗਾ, ਚੰਗੇ ਤੋਂ ਚੰਗਾ ਸ਼ਸਤਰ ਲੈ ਕੇ ਆਵੇਗਾ, ਉਹਦੇ ਤੇ ਸਭ ਤੋਂ ਜ਼ਿਆਦਾ ਖੁਸ਼ੀ ਹੋਵੇਗੀ। ਤੁਸੀਂ ਘੋੜੇ ਲੈ ਕੇ ਆਇਓ, ਸ਼ਸਤਰ ਲੈ ਕੇ ਆਇਓ, ਗੁਰੂ ਤੁਹਾਡੇ ਤੇ ਕਿਰਪਾ ਕਰੇਗਾ। ਇਹ ਪਹਿਲਾ ਹੁਕਮਨਾਮਾ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ, ਕਿਉਂਕਿ ਰਾਜਨੀਤੀ ਦਾ ਕੇਂਦਰ ਬਣਾਇਆ ਤੇ ਇਹ ਉਹ ਤਖਤ ਬਣਾਇਆ। ਦੁਨੀਆ ਦੀ ਅਦਾਲਤ ਕਿਸੇ ਦੇ ਅਧੀਨ ਚੱਲਦੀ ਹੈ, ਅਕਾਲ ਤਖਤ ਸਾਹਿਬ ਕੇਵਲ ਅਕਾਲ ਪੁਰਖ ਦੇ ਅਧੀਨ ਚੱਲਦਾ ਆ। ਔਰ ਜਿਨ੍ਹਾਂ ਦਾ ਹੁਕਮ ਸਾਰੀ ਮਨੁੱਖਤਾ ਲਈ ਸਾਂਝਾ ਤੇ ਸਮਾਜ ਤੇ ਸੰਸਾਰ ਦੇ ਭਲੇ ਲਈ ਹੈ, ਔਰ ਅਕਾਲ ਤਖਤ ਸਾਹਿਬ ਤੇ ਕਿਸੇ ਦਾ ਹੁਕਮ ਨਹੀਂ ਚੱਲ ਸਕਦਾ। ਤੇ ਯਾਦ ਰੱਖਿਓ, ਅੱਜ ਦੇ ਲੋਕ ਭਾਵਾਂ ਕਹਿ ਦਿੰਦੇ ਵੀ ਅਸਾਂ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦੇ, ਪਰ ਇਹ ਸਾਡੀ ਸਭ ਤੋਂ ਵੱਡੀ ਮੂਰਖਤਾ ਹੀ ਹੈ ਜਦੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਅਜਿਹੀ ਸ਼ਬਦਾਵਲੀ ਵਰਤਦੇ ਹਾਂ। ਅਕਾਲ ਤਖਤ ਸਾਹਿਬ ਤੋਂ ਮੁਨਕਰ ਹੋਣਾ, ਸਿੱਖ ਤੋਂ, ਸਿੱਖੀ ਤੋਂ, ਗੁਰੂ ਪੰਥ ਤੋਂ ਮੁਨਕਰ ਹੋਣਾ ਹੈ। ਜਿਹੜਾ ਗੁਰੂ ਪੰਥ ਤੋਂ ਮੁਨਕਰ ਹੋਵੇ, ਕੇਵਲ ਉਹੀ ਕਹਿੰਦਾ ਵੀ ਮੈਂ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦਾ। ਅਕਾਲ ਤਖਤ ਸਾਹਿਬ ਮਹਾਨ ਹੈ, ਪੰਥ ਦੀ ਸ਼ਾਨ ਹੈ, ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਵਿੱਚ ਸਿੱਖ ਨੂੰ ਰਹਿਣਾ ਚਾਹੀਦਾ ਹੈ। ਇਸ ਕਰਕੇ ਸਾਧ ਸੰਗਤ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜਾ ਹੁਕਮਨਾਮਾ ਜਾਰੀ ਕੀਤਾ ਤੇ ਸਾਰੇ ਸਿੱਖਾਂ ਨੇ ਮੰਨਿਆ। 1628 ਵਿੱਚ ਪਹਿਲਾ ਜੰਗ ਕੀਤਾ, 1630 ਵਿੱਚ ਦੂਜਾ ਜੰਗ, 1631 ਵਿੱਚ ਤੀਜਾ ਤੇ 1634 ਵਿੱਚ ਚੌਥਾ ਜੰਗ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗ ਕੀਤੇ ਆਪਣੇ ਜੀਵਨ ਕਾਲ ਦੇ ਵਿੱਚ, ਤੇ ਚਾਰੇ ਜੰਗਾਂ ਵਿੱਚ ਜਿੱਤ ਪ੍ਰਾਪਤ ਹੋਈ ਮਹਾਰਾਜ ਨੂੰ। ਤੇ ਜਿਹੜਾ ਜਹਾਂਗੀਰ ਬਾਦਸ਼ਾਹ ਦੀ ਮੌਤ ਤੋਂ ਬਾਅਦ ਸ਼ਾਹਜਹਾਨ ਤਖਤ ਤੇ ਬੈਠਾ ਸੀ, ਤੇ ਚਾਰੇ ਜੰਗ ਜਿਹੜੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਾਹਜਹਾਨ ਬਾਦਸ਼ਾਹ ਦੇ ਨਾਲ ਕੀਤੇ ਸਨ। ਤੇ ਬਾਦਸ਼ਾਹ ਨੇ ਵੇਖ ਲਿਆ ਕਿ ਮੇਰੀ ਦਾਲ ਨਹੀਂ ਗਲਣੀ, ਤੇ ਉਹਨਾਂ ਨੇ ਵੀ ਮੁੜ ਕੇ ਸ਼ਾਂਤੀ ਧਾਰਨ ਕਰ ਲਈ, ਗੁਰੂ ਘਰ ਦੇ ਨਾਲ ਮੁੜ ਕੇ ਮੱਥਾ ਨਹੀਂ ਲਾਇਆ। ਫਿਰ ਸ਼ਾਹਜਹਾਨ ਬਾਦਸ਼ਾਹ ਨੇ ਪਤਾ ਵੀ ਨਹੀਂ, ਮੈਂ ਇਹਨਾਂ ਦੇ ਨਾਲ ਮੁਕਾਬਲਾ ਨਹੀਂ ਕਰ ਸਕਦਾ। ਤੇ ਸ਼ਬਦ ਆਖਿਆ ਕਿ ਫਕੀਰਾਂ ਦੀ ਤੇ ਸੂਰਮਿਆਂ ਦੀ ਗੱਦੀ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇੱਕ ਫਕੀਰ ਨੇ ਸਵਾਲ ਕੀਤਾ, ਕਿਉਂਕਿ ਮਹਾਰਾਜ ਦਾ ਇਤਿਹਾਸ ਬੜਾ ਲੰਮੇਰਾ, ਮੈਂ ਕੇਵਲ 2 ਕੁ ਪ੍ਰਸੰਗ ਸਰਵਣ ਕਰਾ ਕੇ ਫਿਰ ਲੜੀਵਾਰ ਕਥਾ ਸਰਵਣ ਕਰਾਂਗੇ ਆਪਾਂ। ਉਹਨਾਂ ਨੇ ਸਵਾਲ ਕੀਤਾ, ਮਹਾਰਾਜ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਬਾਹਰਲਾ ਠਾਠ ਸੀ ਉਹ ਰਾਜਸੀ ਠਾਠ ਸੀ, ਰਾਜਿਆਂ ਮਹਾਰਾਜਿਆਂ ਵਾਲਾ। ਤੇ ਤਲਵਾਰਾਂ ਵੀ 2 ਹੀ ਪਹਿਨੀਆਂ ਸਨ, 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਮੀਰੀ ਦੀ ਤਲਵਾਰ ਤੇ ਇੱਕ ਪੀਰੀ ਦੀ, ਭਗਤੀ ਦੀ, ਸ਼ਕਤੀ ਦੀ। ਹੁਣ 2 ਤਲਵਾਰਾਂ ਵੀ ਵੇਖੀਆਂ, ਫੌਜਾਂ ਵੀ ਵੇਖੀਆਂ। ਜਿਵੇਂ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਵੀ ਜਾਂਦੇ। ਉਹਨਾਂ ਨੇ ਬਕਾਇਦਾ ਆਪਣੀਆਂ ਵਾਰਾਂ ਵਿੱਚ ਜ਼ਿਕਰ ਵੀ ਕੀਤਾ ਹੈ, ਕੁੱਤੇ ਰੱਖ ਸ਼ਿਕਾਰ ਖਿਲਾਏਂ ਦਾ। ਸ਼ਿਕਾਰੀ ਕੁੱਤੇ ਵੀ ਰੱਖੇ ਸਨ, ਸ਼ਿਕਾਰ ਖੇਡਣ ਜਾਂਦੇ ਸਨ। ਕਈਆਂ ਨੇ ਇਤਰਾਜ਼ ਵੀ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਤੇ, ਪਰ ਉਹਨਾਂ ਨੂੰ ਪਤਾ ਨਹੀਂ ਸੀ ਮਹਾਰਾਜ ਦੀ ਮਹਿਮਾ ਦਾ, ਅਣਜਾਣ ਸਨ। 5ਵੇਂ ਪਾਤਸ਼ਾਹ ਤੱਕ ਸ਼ਾਂਤੀ ਪੂਰਵਕ ਗੁਰੂ ਸਾਹਿਬ ਜੀ ਨੂੰ ਵੇਖਿਆ, ਪਰ 6ਵੇਂ ਪਾਤਸ਼ਾਹ ਜੀ ਬਾਣੀ ਨਹੀਂ ਉਚਾਰਦੇ ਸਨ। ਪਹਿਲੇ ਗੁਰੂ ਸਾਹਿਬ ਬਾਣੀ ਉਚਾਰਦੇ ਸਨ, ਸਿੱਖਾਂ ਨੂੰ ਇਤਰਾਜ਼ ਸੀ। ਪਹਿਲੇ ਸਤਿਗੁਰ ਜੀ ਗੁਰਬਾਣੀ ਦਾ ਕੀਰਤਨ ਕਰਦੇ ਸਨ, ਸੁਣਦੇ ਸਨ। ਤੇ ਭਾਈ ਗੁਰਦਾਸ ਜੀ ਨੂੰ ਲਿਖਣਾ ਪਿਆ ਵੀ ਕਈ ਸਿੱਖਾਂ ਨੇ ਇਹ ਵੀ ਗੱਲ ਕਹਿ ਦਿੱਤੀ ਵੀ ਇਹ ਆਪ ਟਿੱਕੇ ਨਹੀਂ ਬਹਿੰਦਾ। ਉਹਨਾਂ ਨੇ ਇਹੀ ਸ਼ਬਦ ਵਰਤੇ ਵੀ ਆਪ ਇਹ ਟਿੱਕੇ ਨਹੀਂ ਬਹਿੰਦਾ। ਕੁੱਤੇ ਰੱਖ ਕੇ ਸ਼ਿਕਾਰ ਵਾਲੇ ਪਾਸੇ ਪਹਿਲਾਂ ਬਾਦਸ਼ਾਹ ਆਪ ਗੁਰੂ ਘਰ ਵਿੱਚ ਆਉਂਦੇ ਸਨ, ਤੇ ਹੁਣ ਆਪ ਬਾਦਸ਼ਾਹ ਕੋਲ ਗਏ। ਜਹਾਂਗੀਰ ਨੇ ਸੱਦਿਆ ਨਾ ਮਹਾਰਾਜ ਨੂੰ, ਜਦੋਂ ਦਿੱਲੀ ਗਏ ਤੇ ਉਹਨੇ ਕੈਦ ਕੀਤਾ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ।
ਉਹਨਾਂ ਨੇ ਕਿਹਾ ਵੀ ਆਪ ਜਾ ਕੇ ਉੱਥੇ ਕੈਦ ਹੋ ਗਏ, ਪਰ ਉਹਨਾਂ ਨੂੰ ਕੌਣ ਦੱਸੇ ਵੀ ਜਿਹੜੇ 52 ਉਡੀਕ ਕਰਦੇ ਸਨ ਉਹਨਾਂ ਨੂੰ ਕਿਹਨੇ ਛਡਾਉਣਾ ਸੀ। ਉਹਨਾਂ ਇਤਰਾਜ਼ ਕੀਤਾ, ਪਰ ਭਾਈ ਗੁਰਦਾਸ ਜੀ ਕਹਿੰਦੇ ਚਰਨ ਕਮਲ ਸਿੱਖ ਭਵਰ ਲੁਭਾਇਆ। ਜਿਹੜੇ ਪਿਆਰ ਵਾਲੇ ਸਿੱਖ ਸਨ ਨਾ, ਉਹ ਭੌਰੇ ਦੇ ਵਾਂਗੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਲਿਪਟੇ ਰਹਿੰਦੇ ਸਨ। ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਕੌਤਕਾਂ ਦਾ ਪਤਾ ਸੀ। ਖੈਰ ਫਕੀਰ ਕਹਿੰਦਾ ਮਹਾਰਾਜ ਗੁਰੂ ਕੀ ਤੇ ਸੂਰਮਾ ਕੀ ਸ਼ੋਭਦੀ ਨਹੀਂ, ਇੱਕ ਗੁਰੂ ਨੂੰ ਇਹ ਗੱਲ ਹੈ, ਗੁਰੂ ਕੀ ਤੇ ਸੂਰਮਾ ਕੀ। ਇੱਕ ਪਾਸੇ ਤੁਹਾਡਾ ਰਾਜਸੀ ਠਾਠ ਹੈ, ਦੂਜੇ ਪਾਸੇ ਗੁਰੂ ਹੋ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣਾ ਪਿਆ। ਪਾਤਸ਼ਾਹ ਕਹਿਣ ਲੱਗੇ ਫਕੀਰ ਸਾਈਂ ਹੱਥ ਦੇ ਵਿੱਚ ਮਾਲਾ ਪਕੜੀ ਹੋਵੇ ਨਾ, ਉਹਨੂੰ ਬਚਾਉਣ ਵਾਸਤੇ ਤਲਵਾਰ ਰੱਖਣੀ ਪੈਂਦੀ ਆ, ਨਹੀਂ ਤਾਂ ਮਹਾਰਾਜ ਕਹਿੰਦੇ ਕੋਈ ਵੀ ਮਾਲਾ ਖੋਹ ਲੈ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਰਾਜਸੀ ਜਿਹੜਾ ਠਾਠ ਹੈ ਨਾ, ਜੋ ਅਸੀਂ ਧਾਰਨ ਕੀਤਾ, ਇਹਦੇ ਵਿੱਚ ਲਪਾਏਮਾਨ ਨਹੀਂ ਅਸੀਂ। ਜੈਸੇ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਪਾਣੀ ਤੋਂ ਉੱਪਰ ਉੱਠ ਕੇ ਰਹਿੰਦਾ ਹੈ, ਅਸੀਂ ਵੀ ਕਮਲ ਦੇ ਫੁੱਲ ਵਾਂਗੂ ਸੰਸਾਰ ਵਿੱਚ ਰਾਜਸੀ ਠਾਠ ਵਿੱਚ ਰਹਿੰਦੇ ਇਹਨਾਂ ਸਾਰਿਆਂ ਤੋਂ ਉੱਪਰ ਰਹਿੰਦੇ ਆ, ਇਹਨਾਂ ਸਾਰੇ ਤੋਂ ਪਰੇ ਰਹਿੰਦੇ ਆ। ਪੁੱਤਰ ਨਿਸ਼ਾਨ ਹੈ। ਇਹ ਬਚਨ ਮਹਾਰਾਜ ਨੇ ਕਿਹਾ, ਜੇ ਤੂੰ ਆਖੇ ਕਿ ਅਸੀਂ ਗ੍ਰਸਥ ਧਰਮ ਨੂੰ ਧਾਰਨ ਕੀਤਾ ਹੈ, ਸਾਡੇ ਪਾਸ ਪੁੱਤਰ ਨੇ, ਪੁੱਤਰ ਨਿਸ਼ਾਨ ਹੁੰਦਾ ਹੈ ਕੁਲ ਦਾ। ਤੇ ਗੁਰੂ ਸਾਹਿਬ ਜੀ ਕਹਿੰਦੇ ਮਾਇਆ ਗੁਜਰਾਨ ਹੈ, ਮਾਇਆ ਗੁਜਰਾਨ ਵਾਸਤੇ ਹੁੰਦੀ ਆ। ਮਾਇਆ ਭਾਵੇਂ ਕੱਖ ਹੋਵੇ ਤੇ ਭਾਵੇਂ ਲੱਖ ਹੋਵੇ, ਇਹ ਭਾਵਨਾ ਹੋਵੇ ਕਿ ਇਹ ਗੁਜਰਾਨ ਵਾਸਤੇ ਹੰਕਾਰੀ ਨਾ ਹੋਵੇ, ਮਾਇਆ ਵਿੱਚ ਲਪਾਏਮਾਨ ਨਾ ਹੋਵੇ। ਭਾਵੇਂ ਰਾਜਸੀ ਠਾਠ ਹੈ ਪਰ ਹੈ ਤਾਂ ਗੁਜਰਾਨ ਹੀ ਨਾ, ਇਹ ਗੁਜਰਾਨ ਵਾਸਤੇ ਹੈ। ਮਾਇਆ ਗੁਜਰਾਨ ਪੁੱਤਰ ਨਿਸ਼ਾਨ ਇਸਤਰੀ ਈਮਾਨ। ਇਹ ਬਚਨ ਗੁਰੂ ਸਾਹਿਬ ਜੀ ਨੇ ਕਹਿ ਕੇ ਉਹਨੂੰ ਨਿਰੁੱਤਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ਼ ਸਾਧ ਸੰਗਤ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੋਏ, ਉਸ ਤੋਂ ਪਹਿਲਾਂ ਆਗਰੇ ਦੀ ਧਰਤੀ ਤੇ ਮਹਾਰਾਜ ਇੱਕ ਦਿਨ ਸ਼ਿਕਾਰ ਖੇਡਣ ਗਏ। ਤੇ ਸ਼ਿਕਾਰ ਖੇਡ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਜਾ ਰਹੇ ਸਨ ਤੇ ਬਾਦਸ਼ਾਹ ਜਹਾਂਗੀਰ ਨਾਲ ਸੀ, ਤੇ ਉਹ ਕਹਿੰਦਾ ਮਹਾਰਾਜ ਤੁਹਾਨੂੰ ਲੋਕ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਨੇ? ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ ਨਾ ਲੋਕ, ਬਾਦਸ਼ਾਹ ਤਾਂ ਮੈਂ ਆ ਸਮੇਂ ਦਾ, ਪਰ ਲੋਕ ਤੁਹਾਨੂੰ ਕਹਿੰਦੇ ਨੇ। ਮਹਾਰਾਜ ਕਹਿੰਦੇ ਵੀ ਅਸੀਂ ਕਿਹੜਾ ਆਪ ਕਹਾਉਂਦੇ ਆ ਵੀ ਮੈਨੂੰ ਤੁਸੀਂ ਸੱਚੇ ਪਾਤਸ਼ਾਹ ਕਹੋ, ਵੀ ਆਪਣੀ ਭਾਵਨਾ ਨਾਲ ਕਹਿੰਦੇ ਨੇ, ਅਸੀਂ ਆਪ ਤਾਂ ਨਹੀਂ ਨਾ ਕਹਿੰਦੇ। ਬਾਦਸ਼ਾਹ ਦਾ ਸ਼ੰਕਾ ਦੂਰ ਨਾ ਹੋਇਆ। ਦੁਪਹਿਰ ਦਾ ਸਮਾਂ ਸੀ, ਗੁਰੂ ਸਾਹਿਬ ਸ਼ਿਕਾਰ ਖੇਡ ਰਹੇ ਸਨ। ਉੱਥੇ ਸਤਿਗੁਰਾਂ ਨੇ ਪੜਾਅ ਕੀਤਾ, ਦਰਖਤ ਦੇ ਹੇਠਾਂ ਦੀਵਾਨ ਸਜਾ ਲਿਆ ਤੇ ਮੂਹਰਲੇ ਪਾਸੇ ਬਾਦਸ਼ਾਹ ਜਹਾਂਗੀਰ ਨੇ ਉਹਨੇ ਸਭਾ ਲਾ ਲਈ, ਆਪਣਾ ਦੀਵਾਨ ਲਾ ਲਿਆ। ਇੱਕ ਬਜ਼ੁਰਗ ਘਾਈ ਸੀ, ਘਾਹ ਵੇਚ ਕੇ ਇਹ ਕਿਤੇ ਟਕਾ ਕਮਾਇਆ ਸੀ ਤੇ ਉਹਨੂੰ ਪਤਾ ਲੱਗਿਆ ਗੁਰੂ ਸਾਹਿਬ ਇੱਧਰ ਆਏ ਨੇ, ਤੇ ਪੁੱਛ ਕੇ ਉਸੇ ਰਸਤੇ ਨੂੰ ਤੁਰ ਪਿਆ ਜਿੱਧਰ ਮਹਾਰਾਜ ਸ਼ਿਕਾਰ ਖੇਡਣ ਆਏ ਸਨ। ਚਲਦਾ ਚਲਦਾ ਪਹੁੰਚਿਆ ਤੇ ਮੂਹਰੇ ਜਹਾਂਗੀਰ ਦਾ ਦੀਵਾਨ ਸਜਿਆ ਸੀ। ਉਹਨਾਂ ਨੂੰ ਕਹਿਣ ਲੱਗਾ ਜਾ ਕੇ ਵੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ। ਸਿਪਾਹੀ ਸਨ, ਉਹਨਾਂ ਨੇ ਕਿਹਾ ਵੀ ਅੰਦਰ ਚਲੇ ਜਾਓ। ਅੰਦਰ ਚਲਾ ਗਿਆ ਤੇ ਟੱਕਾ ਰੱਖਿਆ, ਮੱਥਾ ਟੇਕਿਆ ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੇਰਾ ਜੀਵਨ ਜਿਹੜਾ ਹੈ ਇਹਦਾ ਭਲਾ ਕਰ ਦਿਓ, ਮੈਨੂੰ ਤਾਰ ਦਿਓ ਸੰਸਾਰ ਤੋਂ, ਮੇਰੀਆਂ ਕੁੱਲਾਂ ਦਾ ਉਧਾਰ ਕਰ ਦਿਓ। ਤੇ ਜਹਾਂਗੀਰ ਬੜਾ ਹੈਰਾਨ ਤੇ ਵਿਸਮਾਦ ਹੋਇਆ, ਕਿਉਂਕਿ ਇਦਾਂ ਪਹਿਲਾਂ ਕਦੇ ਹੋਇਆ ਨਹੀਂ ਜੋ ਅੱਜ ਹੋ ਗਿਆ। ਬਾਦਸ਼ਾਹ ਵੇਖ ਕੇ ਕਹਿਣ ਲੱਗਾ, ਮੇਰੇ ਕੋਲ ਖਜ਼ਾਨੇ ਭਰੇ ਨੇ, ਸੋਨਾ ਲੈ ਜਾ, ਚਾਂਦੀ ਲੈ ਜਾ, ਮੋਤੀ ਲੈ ਜਾ, ਕੁੱਲਾਂ ਬਹਿ ਕੇ ਖਾਣਗੀਆਂ ਇੰਨਾ ਲੈ ਜਾ, ਪਰ ਜੋ ਤੂੰ ਮੰਗਦਾ ਇਹ ਮੇਰੇ ਕੋਲ ਕੋਈ ਨਹੀਂ, ਇਹ ਤੈਨੂੰ ਅੱਗੇ ਮਿਲੇਗਾ। ਮੇਰੇ ਕੋਲੋਂ ਦੁਨੀਆ ਦੇ ਪਦਾਰਥ ਲੈਣੇ ਲੈ ਜਾ, ਪਰ ਜਿਹੜੀ ਗੱਲ ਤੂੰ ਕਰਦਾ ਹੈ ਨਾ ਵੀ ਤੈਨੂੰ ਮੁਕਤੀ ਚਾਹੀਦੀ ਹੈ, ਇਹ ਮੇਰੇ ਕੋਲ ਕੋਈ ਨਹੀਂ, ਇਹ ਮੁਕਤੀ ਦੇਣ ਵਾਲੇ ਅੱਗੇ ਬੈਠੇ ਨੇ।
ਬਜ਼ੁਰਗ ਘਾਈ ਨੇ ਟਕਾ ਵੀ ਚੁੱਕ ਲਿਆ, ਫਿਰ ਮੈਂ ਤੇਰੇ ਤੋਂ ਕੀ ਲੈਣਾ। ਲੱਗਦਾ ਵੀ ਕਿਤੇ ਗਲਤ ਥਾਂ ਤੇ ਆ ਗਿਆ। ਔਰ ਕਿੱਡੀ ਵਿਸਮਾਦ ਵਾਲੀ ਗੱਲ ਹੈ। ਸ਼ਾਇਦ ਸਮੇਂ ਦਾ ਬਾਦਸ਼ਾਹ, ਉਹਨੂੰ ਵੀ ਗਿਆਨ ਸੀ ਕਿ ਜਿਹੜੀ ਚੀਜ਼ ਇਹ ਮੰਗਣ ਆਇਆ ਨਾ, ਉਹ ਮੇਰੇ ਕੋਲ ਨਹੀਂ। ਸੋਨਾ ਤਾਂ ਹੈ, ਚਾਂਦੀ ਤਾਂ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਆਓਗੇ, ਮੁਕਤੀ ਤਾਂ ਮੰਗ ਹੀ ਸਕਦੇ ਹੋ ਨਾ ਵੀ ਸਾਨੂੰ ਚਾਹੀਦੀ ਆ। ਕਿਸੇ ਦੰਬੀ ਕੋਲ ਜਾਓਗੇ, ਉਹਨੂੰ ਕਹੋ ਵੀ ਮੈਨੂੰ ਮੁਕਤੀ ਦੇ, ਨਹੀਂ ਮੰਗ ਸਕਦੇ। ਕਿਉਂ? ਸਾਨੂੰ ਪਤਾ ਹੈ ਅਸੀਂ ਨਹੀਂ ਮੰਗਾਂਗੇ, ਉਹਨੂੰ ਕਦੇ ਨਹੀਂ ਕਹਾਂਗੇ। ਇੱਥੇ ਆ ਕੇ ਤਾਂ ਮੰਗ ਸਕਦੇ ਆ, ਪਰ ਕਿਸੇ ਸਿਆਸੀ ਦੇ ਕੋਲ ਜਾ ਕੇ ਨਹੀਂ ਮੰਗ ਸਕਦੇ। ਉਹ ਬਜ਼ੁਰਗ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਗਿਆ, ਟਕਾ ਰੱਖਿਆ, ਨਮਸਕਾਰ ਕੀਤੀ। ਮਹਾਰਾਜ ਕਹਿੰਦੇ ਮੰਗ ਸਿੱਖਾ, ਕੀ ਮੰਗਦਾ? ਮਹਾਰਾਜ ਮੁਕਤੀ ਦੇ ਦਿਓ, ਕੁੱਲਾਂ ਉਧਾਰ ਦਿਓ। ਗੁਰੂ ਸਾਹਿਬ ਕਹਿੰਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਤੇਰਾ ਲੋਕ ਵੀ ਸੁਹੇਲਾ, ਤੇਰਾ ਪਰਲੋਕ ਵੀ ਸੁਹੇਲਾ। ਇੱਥੇ ਵੀ ਸੁਖੀ ਵਸੇਗਾ, ਦਰਗਾਹ ਦੇ ਵਿੱਚ ਵੀ ਸੁਖੀ ਵਸੇਗਾ। ਰਹਿੰਦੇ ਸਵਾਸਾਂ ਤੱਕ ਵਾਹਿਗੁਰੂ ਵਾਹਿਗੁਰੂ ਜਪਦਾ ਰਹੀਂ। ਸੋਨਾ ਦੇਣ ਵਾਲਾ ਸੋਨਾ ਹੀ ਦੇ ਸਕਦਾ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਇੱਥੇ ਵੀ ਖਜ਼ਾਨੇ ਭਰ ਦਿੰਦੇ ਨੇ ਤੇ ਦਰਗਾਹ ਦੇ ਖਜ਼ਾਨੇ ਵੀ ਭਰ ਦਿੰਦੇ ਨੇ। ਲੋਕ ਤੇ ਪਰਲੋਕ ਉਹਦਾ ਸਵਾਰਤਾ। ਅੱਜ ਬਾਦਸ਼ਾਹ ਜਹਾਂਗੀਰ ਨੂੰ ਵਿਸ਼ਵਾਸ ਹੋ ਗਿਆ ਕਿ ਇਹਨਾਂ ਨੂੰ ਲੋਕ ਸੱਚੇ ਪਾਤਸ਼ਾਹ ਕਿਉਂ ਕਹਿੰਦੇ। ਉਹਨਾਂ ਦੀ ਭਾਵਨਾ ਬਣੀ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਪੰਜ ਪਿਆਲੇ, ਸਤ ਸੰਤੋਖ ਦਇਆ ਛਿਮਾ ਧਰਮ, ਇਹ ਪੰਜ ਪਿਆਲੇ ਸਨ। ਪੰਜ ਪੀਰ, ਪੀਰ ਸ਼ਬਦ ਕਿਉਂ ਵਰਤਿਆ? ਸ਼ਾਂਤੀ ਵਿੱਚ ਰਹਿਣ ਵਾਲੇ, ਆਨੰਦ ਵਿੱਚ, ਭਗਤੀ ਵਿੱਚ ਰਹਿਣ ਵਾਲੇ ਪੰਜ ਪੀਰ ਸਨ। ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਪੰਜ ਗੁਰੂ ਸਾਹਿਬਾਨ ਸਨ। ਪੰਜ ਪਿਆਲੇ ਪੰਜ ਪੀਰ। ਉਹਨਾਂ ਪੰਜ ਪੀਰਾਂ ਨੇ ਪੰਜ ਪਿਆਲੇ ਪੀਤੇ, ਸਤ ਸੰਤੋਖ ਦਇਆ ਧਰਮ ਖਿਮਾ ਆਦਿਕ ਦੇ, ਭਾਵ ਸ਼ੁਭ ਗੁਣ ਧਾਰਨ ਕੀਤੇ ਪੰਜ ਗੁਰੂ ਸਾਹਿਬਾਨਾਂ ਨੇ। ਫਿਰ ਛਟਮ ਪੀਰ ਬੈਠਾ ਗੁਰ ਭਾਰੀ। ਫਿਰ ਛੇਵਾਂ ਪੀਰ ਆਇਆ। ਕਿੰਨਾ ਕੁ ਆਨੰਦ, ਕਿੰਨੀ ਕੁ ਸ਼ਾਂਤੀ ਸੀ। ਇੱਕ ਮੁਸਲਮਾਨ ਨੇ ਇੱਕ ਕੌਤਕ ਵੇਖਿਆ, ਜਦੋਂ ਪਹਿੰਦਾ ਜੰਗ 'ਚ ਚੜ੍ਹ ਕੇ ਆਇਆ ਨਾ ਛੇਵੇਂ ਪਾਤਸ਼ਾਹ ਦੇ ਸਾਹਮਣੇ। ਆਖਰੀ ਜੰਗ ਕੀਤਾ ਸੀ ਮਹਾਰਾਜ ਨੇ, ਜਦੋਂ ਪਹਿੰਦਾ ਚੜ੍ਹ ਕੇ ਆਇਆ, ਉਸ ਤੋਂ ਬਾਅਦ ਜੰਗ ਨਹੀਂ ਕੀਤਾ ਛੇਵੇਂ ਪਾਤਸ਼ਾਹ ਨੇ, ਆਪ ਵਾਲਿਆ ਸੀ ਪਹਿੰਦਾ। ਤੇ ਉਹ ਮੁਸਲਮਾਨ ਲਿਖਾਰੀ ਕਹਿੰਦਾ ਕਿ ਮੈਂ ਇੱਕ ਮਹਿਮਾ ਸੁਣੀ ਸੀ ਗੁਰੂ ਹਰਗੋਬਿੰਦ ਸਾਹਿਬ ਦੀ ਕਿ ਬੜੀ ਸ਼ਾਂਤੀ ਵਿੱਚ ਰਹਿੰਦੇ ਨੇ, ਬੜੇ ਆਨੰਦ ਵਿੱਚ ਰਹਿੰਦੇ ਨੇ। ਪਰ ਕਹਿੰਦੇ ਮੈਨੂੰ ਥੋੜੀ ਜੀ ਹੈਰਾਨੀ ਹੋਈ ਕਿ ਜਦੋਂ ਮੈਦਾਨੇ ਜੰਗ ਵਿੱਚ ਪਹਿੰਦਾ ਸਾਹਮਣੇ ਆਇਆ ਨਾ ਮਹਾਰਾਜ ਦੇ, ਮੈਨੂੰ ਲੱਗਿਆ ਵੀ ਅੱਜ ਇਹਨਾਂ ਨੂੰ ਗੁੱਸਾ ਆਵੇਗਾ। ਗੁਰੂ ਉਹਨੂੰ ਗੁੱਸਾ ਨਹੀਂ ਨਾ ਆ ਸਕਦਾ, ਉਹ ਤਾਂ ਸ਼ਾਂਤੀ ਸਰੂਪ ਹੁੰਦਾ ਵੀ ਅੱਜ ਇਹਨਾਂ ਨੂੰ ਗੁੱਸਾ ਜ਼ਰੂਰ ਆਵੇਗਾ। ਕਿਉਂ? ਪਹਿੰਦਾ ਨਿਮਕ ਹਰਾਮੀ ਕਰ ਗਿਆ। ਜਿਨ੍ਹਾਂ ਨੇ ਪਾਲਿਆ ਉਸੇ ਹੀ ਗੁਰੂ ਸਾਹਿਬਾਨਾਂ ਦੇ ਉੱਪਰ ਫੌਜਾਂ ਲੈ ਕੇ ਆ ਗਿਆ। ਬਾਦਸ਼ਾਹ ਨੂੰ ਉਹਦੀਆਂ ਫੌਜਾਂ ਨੂੰ ਨਾਲ ਲੈ ਕੇ ਆਇਆ। ਮੈਨੂੰ ਸਾਰੇ ਭੇਦ ਪਤਾ ਨੇ। ਮਾਣ ਪਤਾ ਕੀ ਸੀ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਸਣੇ ਘੋੜੇ ਚੁੱਕ ਲਵਾਂਗਾ। ਕਿੱਡਾ ਕੁ ਬਲੀ ਸੀ ਪੈਂਦਾ, ਰੁਪਈਆ ਹੱਥ 'ਚ ਫੜਾ ਦਿਓ ਤੇ ਮਸਲ ਦਿੰਦਾ ਸੀ। ਉਹ ਐਡਾ ਤਾਕਤਵਰ ਸੀ। ਬਚਪਨ ਤੋਂ ਪਾਲਿਆ ਸੀ ਮਹਾਰਾਜ ਨੇ ਇਹਨੂੰ। ਚੰਗਾ ਘੋੜਾ, ਚੰਗਾ ਸ਼ਸਤਰ, ਚੰਗਾ ਬਸਤਰ ਇਹਨੂੰ ਮਹਾਰਾਜ ਨੇ ਭੇਟ ਕਰਨਾ। ਘਰ-ਬਾਰ ਬਣਾ ਕੇ ਦਿੱਤਾ, ਇਹਦਾ ਵਿਆਹ ਕੀਤਾ ਮਹਾਰਾਜ ਨੇ। ਤੇ ਸਵੇਰੇ ਗੁਰੂ ਸਾਹਿਬ ਜੀ ਦੁੱਧ ਜਿਹੜਾ ਸੀ ਨਾ ਕਾੜਨੀ 'ਚ ਪਵਾ ਕੇ ਰਖਾ ਦਿੰਦੇ ਸਨ। ਉਹ ਕੱਢਦਾ ਰਹਿੰਦਾ ਸੀ, ਮੇਵੇ ਵਿੱਚ ਪਾਏ ਹੁੰਦੇ ਸਨ ਤੇ ਸ਼ਾਮ ਨੂੰ ਪਹਿੰਦੇ ਨੂੰ ਦਿੰਦਾ ਸੀ ਤੇ ਦਿੱਤਾ ਜਾਂਦਾ ਸੀ ਵੀ ਲੈ ਭਾਈ ਛਕ। ਐਡਾ ਬਲਵਾਨ ਸੀ ਪਹਿੰਦਾ। ਉਹਨੂੰ ਮਾਣ ਸੀ ਕਿ ਮੈਂ ਘੋੜੇ ਸਮੇਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚੁੱਕ ਲਵਾਂਗਾ। ਜਦੋਂ ਪਹਿਲਾ ਜੰਗ ਹੋਇਆ ਨਾ, ਪਹਿੰਦੇ ਨੂੰ ਹੰਕਾਰ ਹੋ ਗਿਆ ਸੀ, ਮੇਰੇ ਕਰਕੇ ਜਿੱਤੀ ਹੈ। ਮਹਾਰਾਜ ਨੇ ਮੁੜ ਕੇ ਬੁਲਾਇਆ ਹੀ ਨਹੀਂ ਜੰਗਾਂ 'ਚ। ਕਿਤੇ ਪਹਿੰਦੇ ਨੂੰ ਇਹ ਮਾਣ ਨਾ ਹੋਵੇ ਕਿ ਮੇਰੇ ਕਰਕੇ ਜੰਗ ਜਿੱਤੇ ਨੇ। ਮੁੜ ਕੇ ਨਹੀਂ ਸੱਦਿਆ ਮਹਾਰਾਜ ਨੇ। ਆਇਆ ਮੁੜ ਕੇ ਦੂਜੇ ਜੰਗ ਵੇਲੇ, ਮਹਾਰਾਜ ਯਾਦ ਨਹੀਂ ਕੀਤਾ। ਸਤਿਗੁਰੂ ਕਹਿੰਦੇ ਤੇਰੀ ਲੋੜ ਨਹੀਂ ਸੀ, ਮੇਰੇ ਸਿੱਖ ਹਨ। ਜੰਗ ਤਾਂ ਪਹਿਲਾਂ ਵੀ ਸਿੱਖਾਂ ਦੇ ਦਮ ਤੇ ਜਿੱਤਿਆ, ਪਰ ਪਹਿੰਦਾ ਆਪਣੀ ਮਹਿਮਾ ਕਰੀ ਜਾਏ, ਮੇਰੇ ਕਰਕੇ ਜਿੱਤਿਆ, ਮੇਰੇ ਕਰਕੇ ਜਿੱਤਿਆ। ਗੁਰੂ ਸਾਹਿਬ ਨੇ ਜਣਾ ਦਿੱਤਾ
ਨਹੀਂ ਮੈਂ ਜੇ ਜੰਗ ਜਿੱਤਦਾ ਆਪਣੇ ਸਿੱਖਾਂ ਕਰਕੇ ਜਿੱਤਦਾ। ਕਿਤੇ ਤੇਰੇ ਮਨ ਵਿੱਚ ਇਹ ਮਾਣ ਨਾ ਰਹੇ, ਮਹਾਰਾਜ ਨੇ ਸੱਦਿਆ ਨਹੀਂ ਮੁੜ ਕੇ। ਪਰ ਚੌਥੇ ਜੰਗ ਦੇ ਵਿੱਚ ਵੈਰੀ ਬਣ ਕੇ ਆ ਗਿਆ, ਪੁੱਤਰ ਵਾਂਗੂ ਪਾਲਿਆ ਸੀ। ਉਹ ਮੁਸਲਮਾਨ ਲਿਖਾਰੀ ਕਹਿੰਦਾ ਜਦੋਂ ਸਾਹਮਣੇ ਆਇਆ ਨਾ ਪੈਂਦਾ, ਕਹਿੰਦੇ ਮੈਂ ਸੋਚਿਆ ਕਿ ਅੱਜ ਇਹਨਾਂ ਨੂੰ ਗੁੱਸਾ ਆਵੇਗਾ ਵੀ ਨਿਮਕ ਹਰਾਮੀ ਕਰ ਗਿਆ, ਮੈਂ ਤਾਂ ਪੁੱਤਰਾਂ ਵਾਂਗੂ ਪਾਲਿਆ ਸੀ, ਪਿਓ ਪੁੱਤਰ ਦਾ ਰਿਸ਼ਤਾ। ਪਰ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਛਟਮ ਪੀਰ, ਇਹਦੀ ਵਿਆਖਿਆ ਕਰਨੀ ਹੋਵੇ ਤੇ ਇਸ ਪ੍ਰਸੰਗ ਵਿੱਚੋਂ ਵਿਆਖਿਆ ਮਿਲਦੀ ਹੈ, ਮਹਾਰਾਜ ਦੇ ਇਤਿਹਾਸ ਵਿੱਚੋਂ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਪੈਂਦੇ ਆ ਪਹਿਲਾਂ ਵਾਰ ਕਰ ਲੈ। ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਨੂੰ ਵਾਰ ਦਾ ਮੌਕਾ ਦੇਣਾ, ਇਹਦਾ ਭਾਵ ਕਿ ਮੌਤ ਨੂੰ ਦਾਵਤ ਦੇਣ ਵਾਲੀ ਗੱਲ ਹੈ। ਕਹਿੰਦੇ ਜਦੋਂ ਪੈਂਦੇ ਨੇ ਵਾਰ ਕੀਤਾ ਨਾ ਮਹਾਰਾਜ ਤੇ ਸਤਿਗੁਰਾਂ ਨੇ ਢਾਲ ਦੇ ਆਸਰੇ ਵਾਰ ਰੋਕਿਆ, ਵਾਰ ਜਿਹੜਾ ਸੀ ਵਿਅਰਥ ਚਲਾ ਗਿਆ। ਸਤਿਗੁਰੂ ਕਹਿੰਦੇ ਪੈਂਦੇ ਇੱਕ ਹੋਰ ਵਾਰ ਕਰ ਲੈ, ਇੱਕ ਹੋਰ ਵਾਰ। ਪੈਂਦੇ ਨੇ ਫਿਰ ਵਾਰ ਕੀਤਾ, ਫਿਰ ਖਾਲੀ ਚਲਾ ਗਿਆ। ਬੜਾ ਨਿਰਾਸ਼ ਹੋਇਆ ਕਿ ਦੂਜਾ ਵੀ ਵਾਰ ਖਾਲੀ ਚਲਾ ਗਿਆ। ਹੁਣ ਉਹ ਲਿਖਾਰੀ ਲਿਖਦਾ ਕਿ ਸੋਚਿਆ ਕਿ ਹੁਣ ਗੁਰੂ ਹਰਗੋਬਿੰਦ ਸਾਹਿਬ ਨੂੰ ਗੁੱਸਾ ਆਵੇਗਾ, ਵਾਰ ਕਰਨਗੇ। ਪਰ ਕਹਿੰਦਾ ਐਸਾ ਹੋਇਆ ਨਹੀਂ। ਮਹਾਰਾਜ ਕਹਿੰਦੇ ਨੇ ਕਿ ਤੀਸਰਾ ਵਾਰ ਪੁੱਤਰਾ ਫੇਰ ਕਰ ਲੈ। ਇੱਕ ਵਾਰ ਹੋਰ ਸੀ। ਕਹਿੰਦੇ ਜਦੋਂ ਪੈਂਦੇ ਨੇ ਤੀਜਾ ਵਾਰ ਕੀਤਾ, ਮਹਾਰਾਜ ਨੇ ਉਹ ਵੀ ਵਾਰ ਜਿਹੜਾ ਸੀ ਨਾ ਰੋਕ ਲਿਆ। ਪੈਂਦੇ ਦਾ ਤੀਜਾ ਵਾਰ ਜਦੋਂ ਖਾਲੀ ਗਿਆ ਨਾ, ਫਿਰ ਉੱਥੇ ਉਹਨੇ ਜਿਹੜੇ ਸ਼ਬਦ ਵਰਤੇ ਨਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਨੇ ਆਖਿਆ, ਪੁੱਤਰਾ ਮਿਹਨਤ ਤਾਂ ਬੜੀ ਕੀਤੀ ਸੀ ਸ਼ਸਤਰ ਵਿਦਿਆ ਦੇ ਅਭਿਆਸ ਦੀ, ਪਰ ਕੱਚਾ ਰਹਿ ਗਿਆ। ਇਦਾਂ ਨਹੀਂ, ਮੈਂ ਦੱਸਦਾ ਕਿ ਵਾਰ ਕਿੱਦਾਂ ਕਰੀਦਾ। ਨਾਲੇ ਪੁੱਤਰ ਆਖਿਆ ਤੇ ਮਹਾਰਾਜ ਨੇ ਚੰਡੀ ਚਲਾਈ, ਤਲਵਾਰ ਚਲਾਈ। ਪੈਂਦਾ ਜਿਹੜਾ ਸੀ ਨਾ, ਕਹਿੰਦੇ ਉੱਪਰ ਘੋੜੇ ਤੇ ਬੈਠਾ ਸੀ, ਵਿਚਕਾਰੋਂ ਚੀਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ, ਧਰਤੀ ਤੇ ਜਾ ਡਿੱਗਿਆ। ਕਿੱਡੀ ਕੁ ਦਿਆਲਤਾ ਹੋਵੇਗੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਤੋਂ ਹੇਠਾਂ ਉਤਰੇ ਤੇ ਢਾਲ ਦੀ ਛਾਂ ਕਰਕੇ ਬਹਿ ਗਏ। ਪੈਂਦੇ ਨੂੰ ਜਿਹਨੂੰ ਪਾਲਿਆ ਉਹਦੇ ਨਮਕ ਹਰਾਮੀ ਕੀਤੀ। ਪਰ ਗੁਰੂ ਹਰਗੋਬਿੰਦ ਸਾਹਿਬ ਇਤਨੀ ਕੁ ਸ਼ਾਂਤੀ, ਇਤਨੇ ਆਨੰਦ ਵਿੱਚ ਘੋੜੇ ਤੋਂ ਹੇਠਾਂ ਉਤਰੇ ਤੇ ਪੈਂਦੇ ਦੇ ਉੱਪਰ ਨਾ ਢਾਲ ਕਰ ਲਈ, ਛਾਂ ਕੀਤੀ ਉਹਦੇ ਮੂੰਹ ਨੂੰ। ਮਹਾਰਾਜ ਨੇ ਆਖਣ ਲੱਗੇ, ਪੁੱਤਰਾ ਕਲਮਾ ਪੜ੍ਹ ਲੈ, ਅੰਤਮ ਸਮਾਂ ਆ ਗਿਆ। ਤੇ ਪੈਂਦੇ ਦੇ ਮੁਖ ਵਿੱਚੋਂ ਸ਼ਬਦ ਨਿਕਲੇ ਸਨ, ਮਹਾਰਾਜ ਤੁਹਾਡੀ ਤਲਵਾਰ ਨੇ ਕਲਮਾ ਪੜ੍ਹ ਦਿੱਤੀਆਂ, ਹੁਣ ਤੁਹਾਡੀ ਤਲਵਾਰ ਨੇ ਕਲਮਾ ਪੜ੍ਹ ਦਿੱਤੀਆਂ। ਉਹ ਲਿਖਾਰੀ ਕਹਿੰਦਾ ਕਿ ਇਹੋ ਜਿਹੀ ਮਿਸਾਲ ਦੁਨੀਆ ਵਿੱਚ ਤੁਹਾਨੂੰ ਕਿਤੇ ਵੇਖਣ ਨੂੰ ਨਹੀਂ ਮਿਲੇਗੀ। ਤਖਤ ਤੇ ਬੈਠੇ ਜਿੱਥੇ ਆਪਣੇ ਆਨੰਦ, ਆਪਣੀ ਮੌਜ ਤੇ ਸ਼ਾਂਤ ਰਸ ਵਿੱਚ ਰਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ, ਕਿਤੇ ਮੈਦਾਨੇ ਜੰਗ ਦੇ ਵਿੱਚ ਆ ਗਏ ਤੇ ਉੱਥੇ ਵੀ ਸ਼ਾਂਤੀ ਰਸ ਵਿੱਚ ਹੀ ਨੇ। ਉੱਥੇ ਵੀ ਜਿਹੜਾ ਦੁਸ਼ਮਣ ਬਣ ਕੇ ਆਇਆ ਉਹਨੂੰ ਪੁੱਤਰ ਕਹਿ ਕੇ ਸੰਬੋਧਨ ਕਰਦੇ। ਤਾਂ ਭਾਈ ਗੁਰਦਾਸ ਜੀ ਕਹਿੰਦੇ ਛਟਮ ਪੀਰ, ਉਹ ਛੇਵਾਂ ਪੀਰ ਸੀ। ਬੈਠਾ ਗੁਰ ਭਾਰੀ, ਭਾਰੀ ਗੁਰੂ ਸੀ, ਜਿਹਦੇ ਸਮ ਜਿਹਦੇ ਤੁਲ ਸੰਸਾਰ ਵਿੱਚ ਕੋਈ ਹੋਰ ਨਹੀਂ ਸੀ। ਅਰਜਨ ਕਾਇਆ ਪਲਟ ਕੇ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਆਪਣੀ ਕਾਇਆ, ਆਪਣਾ ਜਿਹੜਾ ਸਰੀਰਕ ਚੋਲਾ ਸੀ ਉਹ ਪਲਟਿਆ। ਮੂਰਤ ਹਰਗੋਬਿੰਦ ਸਵਾਰੀ, ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਧਾਰਨ ਕਰ ਲਿਆ। ਮੂਰਤ ਦਾ ਅਖਰੀ ਅਰਥ ਸਰੂਪ। ਚੱਲੀ ਪੀੜੀ ਸੋਢੀਆਂ, ਸੋਢੀਆਂ ਦੀ ਪੀੜੀ ਅੱਗੇ ਚੱਲ ਪਈ। ਰੂਪ ਦਿਖਾਵਣ ਵਾਰੋ ਵਾਰੀ, ਗੁਰੂ ਰਾਮਦਾਸ ਮਹਾਰਾਜ ਤੋਂ ਗੁਰੂ ਅਰਜਨ ਦੇਵ ਜੀ, ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਗੁਰੂ ਹਰਗੋਬਿੰਦ ਸਾਹਿਬ, ਇਵੇਂ 10ਵੇਂ ਪਾਤਸ਼ਾਹ ਤੱਕ ਸੋਢੀਆਂ ਦੀ ਅੰਸ-ਮੰਸ ਚੱਲਦੀ ਆਈ। ਵਾਰੀ ਵਾਰੀ ਆਪਣਾ ਰੂਪ ਵਿਖਾਉਂਦੇ ਨੇ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ। ਅਖੀਰਲੀ ਪੰਕਤੀ ਵਿੱਚ ਇੱਕ ਸ਼ਬਦ ਆਉਂਦਾ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਇਹਦਾ ਅਰਥ ਭਾਈ ਗੁਰਦਾਸ ਜੀ ਨੇ ਕੀ ਕੀਤਾ, ਜੁਗ ਦੋ ਨੂੰ ਕਹਿੰਦੇ ਨੇ। ਜਿਹੜਾ ਦੋ ਸ਼ਬਦ ਹੈ ਨਾ ਗਿਣਤੀ ਦਾ, ਜੁਗ, ਤੇ ਦੋ ਵਾਰੀ ਸ਼ਬਦ ਆਇਆ ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਉਹਨਾਂ ਭਵਿੱਖ ਦੀ ਗੱਲ ਵੀ ਕਰ ਦਿੱਤੀ। ਜੁਗ ਦੋ, ਫਿਰ ਜੁਗ ਚਾਰ ਹੋ ਗਏ ਗਿਣਤੀ 'ਚ। ਕਹਿੰਦੇ ਚਾਰ ਸਤਿਗੁਰੂ ਫਿਰ ਅਵਤਾਰ ਧਾਰਨ ਕਰਨਗੇ।
ਸੋਢੀਆਂ ਦੀ ਬੰਸ ਦੇ ਵਿੱਚ। ਤੇ ਚਾਰੇ ਗੁਰੂ ਸਾਹਿਬ ਆਏ, ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਇਹ ਸੋਢੀਆਂ ਦੀ ਅੰਸ਼ ਬੰਸ ਸੀ। ਵੱਡੀ ਵਡਿਆਈ ਹੈ ਛੇਵੇਂ ਪਾਤਸ਼ਾਹ ਜੀ ਦੀ, ਜਿਹਦਾ ਕੋਈ ਅੰਤ ਨਹੀਂ ਪਾ ਸਕਦਾ। ਜਿੰਨੀ ਵਡਿਆਈ ਕਰ ਲਈਏ, ਜਿੰਨਾ ਵੀ ਇਤਿਹਾਸ ਫੋਲ ਲਓ ਨਾ ਗੁਰੂ ਹਰਗੋਬਿੰਦ ਸਾਹਿਬ ਦਾ, ਆਨੰਦ ਹੀ ਆਨੰਦ ਹੈ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ। ਆਪ ਸਰਬੱਤ ਸੰਗਤਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਜੀ ਦੇ ਪਾਵਨ ਪਵਿੱਤਰ ਪਹਿਲੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਹੋਣ। ਆਓ ਕੁਝ ਕੁ ਮਿੰਟ ਹਨ, ਆਪਾਂ ਜੋ ਲੜੀਵਾਰ ਕਥਾ ਸਰਵਣ ਕਰ ਰਹੇ ਹਾਂ, ਪਿਆਰ ਨਾਲ ਸਰਵਣ ਕਰੀਏ। ਸੁਰਤੀਆਂ ਬਿਰਤੀਆਂ ਇਕਾਗਰ ਕਰਨ ਵਾਸਤੇ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਪਾਂ ਜੋ ਪ੍ਰਸੰਗ ਸਰਵਣ ਕਰ ਰਹੇ ਸੀ, ਤਤ ਖਾਲਸਾ ਤੇ ਬੰਦਈ ਖਾਲਸੇ ਦੇ ਵਿੱਚ ਮਤਭੇਦ ਜੋ ਪੈਦਾ ਹੋ ਗਏ, ਅਲੱਗ-ਅਲੱਗ ਹੋ ਗਏ। ਫਰਕਸ਼ਰ ਬਾਦਸ਼ਾਹ ਨੇ ਸਿੰਘਾਂ ਨੂੰ ਚਿੱਠੀ ਲਿਖੀ ਕਿ ਅਸੀਂ ਤੁਹਾਡੇ ਨਾਲ ਆ, ਪਰ ਸਿੰਘ ਜਿਹੜੇ ਸਨ ਉਹ ਵਿਸ਼ਵਾਸ ਨਹੀਂ ਸਨ ਕਰਦੇ ਤੁਰਕਾਂ ਤੇ। ਜਿਹੜਾ ਦੂਜਾ ਪੱਖ ਸੀ ਉਹ ਸੀ ਬੰਦਈਆਂ ਦਾ। ਜਦੋਂ ਬਾਦਸ਼ਾਹ ਨੇ ਵੇਖ ਲਿਆ ਕਿ ਸਿੰਘ ਸਾਡੇ ਤੇ ਵਿਸ਼ਵਾਸ ਨਹੀਂ ਕਰਦੇ, ਭਰੋਸਾ ਨਹੀਂ ਕਰਦੇ, ਉਹਨਾਂ ਨੇ ਨਵਾਂ ਤਰੀਕਾ ਅਪਣਾ ਲਿਆ। ਕੁਝ ਜਿਹੜੇ ਬੰਦਈ ਸਨ ਨਾ, ਬੰਦੇ ਬਹਾਦਰ ਦੇ ਚੇਲੇ, ਤੇ ਲਾਹੌਰ ਦਾ ਸੂਬੇਦਾਰ ਜਿਹੜਾ ਸੀ, ਉਹਨੇ ਆਪਣੇ ਪਾਸ ਉਹਨਾਂ ਨੂੰ ਬੁਲਾਇਆ ਹੈ। ਉਹਨਾਂ ਨੂੰ ਕੁਝ ਲਾਲਚ ਦਿੱਤਾ ਮਾਇਆ ਦਾ, ਪਦਾਰਥਾਂ ਦਾ, ਤੇ ਉਹਨਾਂ ਨੂੰ ਭਰਮਾ ਲਿਆ ਆਪਣੀਆਂ ਗੱਲਾਂ ਵਿੱਚ। ਤੁਰਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਆਪਣੇ ਵਕੀਲ ਭੇਜੇ ਹਨ, ਤੇ ਨਾਲ ਇਹ ਗੱਲ ਕਹਿ ਦਿੱਤੀ ਜਾ ਕੇ ਬੰਦੇ ਬਹਾਦਰ ਨੂੰ ਕਿ ਇਹ ਤਤ ਖਾਲਸਾ ਵਾਲੇ ਨੇ ਨਾ, ਜਿਹੜੇ ਕਾਨ ਸਿੰਘ ਹਰੀ, ਬਾਬਾ ਵਿਨੋਦ ਸਿੰਘ ਹਰੀ, ਇਹ ਤਾਂ ਤੇਰੇ ਨਾਲ ਈਰਖਾ ਕਰਦੇ ਨੇ, ਤੇਰੇ ਵੈਰੀ ਹਨ, ਤੇ ਤੂੰ ਇਹਨਾਂ ਦੀ ਮਿੰਨਤ ਕਿਉਂ ਕਰਦਾ ਵੀ ਮੈਨੂੰ ਨਾਲ ਰਲਾ ਲਓ ਤੇ ਆਪਾਂ ਇਕੱਠੇ ਜੰਗ ਕਰਾਂਗੇ। ਤੂੰ ਇਹਨਾਂ ਦੀ ਮਿੰਨਤ ਕਰਦਾ ਤੇ ਉਹ ਤੇਰੇ ਵੈਰੀ ਬਣੇ ਬੈਠੇ ਹਨ, ਤੇ ਤੁਸੀਂ ਤੁਰਕਾਂ ਤੋਂ ਕਿਉਂ ਡਰਦੇ ਹੋ? ਤੁਹਾਨੂੰ ਤੁਰਕਾਂ ਤੋਂ ਡਰਨ ਦੀ ਲੋੜ ਨਹੀਂ ਹੈ। ਤੁਰਕ ਕਹਿੰਦੇ ਬੰਦੇ ਬਹਾਦਰ ਨੂੰ, ਵੇਖ ਤੂੰ ਸਿੰਘਾਂ ਦੇ ਕਿੰਨੇ ਕੰਮ ਸਵਾਰੇ, ਉਹਨਾਂ ਨੂੰ ਰਾਜ ਲੈ ਕੇ ਦਿੱਤਾ, ਪੰਜਾਬ ਜਿੱਤ ਕੇ ਦਿੱਤਾ ਹੈ। ਜਿਨ੍ਹਾਂ ਦੇ ਤੂੰ ਕੰਮ ਸਵਾਰੇ ਨੇ ਉਹ ਸਿੰਘ ਹੁਣ ਤੈਨੂੰ ਮਾਰਨਾ ਚਾਹੁੰਦੇ ਨੇ, ਤੇਰੇ ਜਾਨ ਦੇ ਵੈਰੀ ਬਣੇ ਹਨ। ਤੁਰਕ ਕਹਿੰਦੇ ਅਸੀਂ ਤਾਂ ਨਾ ਤੇਰੇ ਦਾਸ ਬਣਨ ਵਾਸਤੇ ਆਏ ਆ। ਇਹ ਨੀਤੀ ਹੁੰਦੀ ਹੈ ਪਾੜੋ ਤੇ ਰਾਜ ਕਰੋ। ਇੱਕ ਪਾਸੇ ਸਿੰਘਾਂ ਨੂੰ ਕਹਿ ਦਿੱਤਾ ਤੇ ਦੂਜੇ ਪਾਸੇ ਬੰਦੇ ਬਹਾਦਰ ਨੂੰ ਆ ਕੇ ਕਹਿ ਦਿੱਤਾ ਅਸੀਂ ਤਾਂ ਤੁਹਾਡੇ ਦਾਸ ਬਣਨ ਵਾਸਤੇ, ਸੇਵਕ ਬਣਨ ਵਾਸਤੇ ਆਏ ਹਾਂ, ਤੇ ਅਸੀਂ ਬਹੁਤ ਸਾਰੇ ਟਕੇ ਤੇ ਤੋਹਫੇ ਭੇਟਾਵਾਂ ਲੈ ਕੇ ਤੇਰੇ ਪਾਸ ਆਏ ਹਾਂ। ਇਸ ਤਰ੍ਹਾਂ ਉਹਨਾਂ ਨੇ ਬੰਦੇ ਬਹਾਦਰ ਨੂੰ ਗੱਲਾਂ ਦੇ ਵਿੱਚ ਭਰਮਾ ਲਿਆ ਹੈ। ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਨਾ ਤੈਨੂੰ 1 ਲੱਖ ਟਕਾ ਦੇਵਾਂਗੇ। ਹੁਣ ਜਦੋਂ 1 ਲੱਖ ਟਕੇ ਦਾ ਨਾਂ ਸੁਣਿਆ ਤੇ ਬੰਦਾ ਬਹਾਦਰ ਜਿਹੜਾ ਹੋਰ ਭਰਮ ਗਿਆ, ਸੋਚਿਆ ਵੀ ਇਹ ਤਾਂ ਵਾਕਿਆ ਹੀ ਮੇਰੇ ਸੇਵਕ ਤੇ ਦਾਸ ਬਣਨ ਵਾਸਤੇ ਆਏ ਹਨ। ਨਾਲ ਇਹ ਬਚਨ ਕਹਿ ਦਿੱਤਾ ਬਾਬਾ ਜੀ ਲਾਹੌਰ ਦਾ ਨਵਾਬ ਤੁਹਾਡਾ ਮੁਰੀਦ ਬਣਨਾ ਚਾਹੁੰਦਾ ਹੈ। ਹੁਣ ਬੰਦਾ ਬਹਾਦਰ ਗੁਰੂ ਬਣ ਕੇ ਬੈਠਾ ਸੀ। ਜਦੋਂ ਲਾਹੌਰ ਦਾ ਨਵਾਬ ਚੇਲਾ ਬਣਦਾ ਤੇ ਗੁਰੂ ਨੂੰ ਹੋਰ ਕੀ ਚਾਹੀਦਾ ਹੈ ਵੀ ਹੁਣ ਤਾਂ ਤੁਰਕ ਵੀ ਆਪਣੇ ਚੇਲੇ ਬਣਨ ਲੱਗ ਪਏ ਨੇ, ਜਿਹੜੇ ਕਿਸੇ ਦੇ ਚੇਲੇ ਨਹੀਂ ਬਣੇ ਉਹ ਮੇਰੇ ਚੇਲੇ ਬਣਦੇ ਪਏ ਨੇ। ਇਹੋ ਜੀਆਂ ਗੱਲਾਂ ਕਰਕੇ ਤੁਰਕਾਂ ਨੇ ਬੰਦੇ ਬਹਾਦਰ ਨੂੰ ਪਰਚਾ ਲਿਆ ਹੈ। ਉਹਨਾਂ ਨੇ ਨਾਲ ਹੀ ਨਾ ਕਈ ਹਜ਼ਾਰ ਦੇ ਟਕੇ, ਕਹਿ ਲਓ ਵੀ 20-25 ਹਜ਼ਾਰ ਟਕਾ ਜਿਹੜਾ ਸੀ ਉਹ ਬੰਦੇ ਬਹਾਦਰ ਨੂੰ ਦੇ ਦਿੱਤਾ ਹੈ। ਇਸ ਤਰ੍ਹਾਂ ਕਹਿ ਲਓ ਕਿ ਤੁਰਕਾਂ ਨੇ ਬੰਦੇ ਨੂੰ ਬਾਵਲਾ ਕਰ ਲਿਆ ਹੈ। ਬੰਦੇ ਬਹਾਦਰ ਦੀ ਅਕਲ ਵਿਕ ਗਈ, ਤੁਰਕਾਂ ਦੇ ਹੱਥੇ ਚੜ ਗਿਆ ਹੈ।
ਮਾਰੀ। ਅਸਲ ਵਿੱਚ ਮਾਤਾ ਜੀ ਨੇ ਜਿਹੜਾ ਬਚਨ ਕੀਤਾ ਸੀ ਨਾ ਕਿ ਤੂੰ ਗੁਰੂ ਨਾਨਕ ਸਾਹਿਬ ਦੇ ਘਰ ਦੀ ਆਗਿਆ ਨਹੀਂ ਮੰਨਦਾ ਤੇ ਤੇਰੇ 'ਚ ਕਰਾਮਾਤ ਨਹੀਂ ਰਹੇਗੀ। ਮਾਤਾ ਜੀ ਦੇ ਬਚਨਾਂ ਕਰਕੇ ਬੰਦੇ ਬਹਾਦਰ ਦੀ ਅਜਿਹੀ ਦਸ਼ਾ ਹੋ ਗਈ ਹੈ। ਦੋਹਰਾ ਆਮ ਭੇਦ ਮਾਲੂਮ ਕਰ ਦਰਦੇ ਤੁਰਤ ਵਜ਼ੀਰ। ਸਾਧ ਸੰਗਤ ਜੀ, ਜਿਹੜਾ ਅੰਦਰ ਦਾ ਭੇਦ ਸੀ ਨਾ, ਵਕੀਲਾਂ ਨੇ ਸਾਰਾ ਪਤਾ ਕਰ ਲਿਆ, ਕਿਉਂਕਿ ਜਿਹੜੇ ਬੰਦਈ ਇਹਦੇ ਚੇਲੇ ਸਨ ਉਹਨਾਂ ਨੂੰ ਖਰੀਦ ਲਿਆ ਸੀ। ਉਹਨਾਂ ਨੇ ਅੰਦਰ ਦਾ ਸਾਰਾ ਭੇਦ ਪਤਾ ਕਰ ਲਿਆ ਵੀ ਕਿੰਨੇ ਕੁ ਸਿੰਘ ਨੇ, ਕੀ ਕੁਝ ਅੰਦਰ ਹੁੰਦਾ ਹੈ। ਸਾਰਾ ਭੇਦ ਕਹਿੰਦੇ ਪਤਾ ਕਰਕੇ ਤੇ ਵਜ਼ੀਰ ਜਿਹੜੇ ਸਨ ਲਾਹੌਰ ਨੂੰ ਪਰਤ ਗਏ ਹਨ। ਤੇ ਲਾਹੌਰ ਦਾ ਜਿਹੜਾ ਵਜ਼ੀਰ ਸੀ ਉਹਨਾਂ ਨੇ ਸਾਰਾ ਢੰਗ, ਸਾਰਾ ਤਰੀਕਾ ਜੋ ਬੰਦਾ ਬਹਾਦਰ ਵਰਤਦਾ ਹੈ ਉਹ ਲਿਖ ਕੇ ਦਿੱਲੀ ਭੇਜ ਦਿੱਤਾ ਹੈ। ਇਸ ਪ੍ਰਕਾਰ ਜਿਹੜੇ ਵਕੀਲ ਸਨ ਉਹ ਲਾਹੌਰ ਆ ਗਏ ਹਨ। ਉਹਨਾਂ ਨੇ ਦੋਨੇ ਪੱਖ ਦੇ ਭੇਦ ਦੱਸ ਦਿੱਤੇ। ਇੱਧਰ ਅੰਮ੍ਰਿਤਸਰ ਸਾਹਿਬ ਤੱਤ ਖਾਲਸੇ ਦੀ ਗੱਲ ਵੀ ਦੱਸ ਦਿੱਤੀ ਕਿ ਉਹ ਤੁਹਾਡੇ ਤੇ ਭਰੋਸਾ ਨਹੀਂ ਕਰਦੇ, ਤੇ ਬੰਦੇ ਬਹਾਦਰ ਦੇ ਸਾਰੇ ਭੇਦ ਦੱਸ ਦਿੱਤੇ ਹਨ। ਫਿਰ ਨਵਾਬ ਸੋਚਦਾ ਹੈ ਵੀ ਹੁਣ ਆਪਾਂ ਹੋਰ ਤਰੀਕਾ ਵਰਤਦੇ ਹਾਂ, ਵੀ ਆਪਾਂ ਤੱਤ ਖਾਲਸੇ ਨੂੰ ਕੁਝ ਨਹੀਂ ਕਹਿੰਦੇ ਕਿਉਂਕਿ ਉਹ ਸਾਡੇ ਤੇ ਵਿਸ਼ਵਾਸ ਨਹੀਂ ਕਰਦੇ, ਉਹਨਾਂ ਨੂੰ ਮਾਰਿਆ ਨਹੀਂ ਜਾ ਸਕਦਾ, ਆਪਾਂ ਬੰਦੇ ਬਹਾਦਰ ਨੂੰ ਮਾਰ ਦਿੰਦੇ ਹਾਂ। ਇਸ ਪ੍ਰਕਾਰ ਉਹ ਸਿੰਘਾਂ ਤੋਂ ਬਿਨਾਂ ਖਵਾਰ ਹੋਵੇਗਾ। ਇਸੇ ਪ੍ਰਕਾਰ ਤੱਤ ਖਾਲਸੇ ਨੇ ਉਹਦਾ ਸਾਥ ਛੱਡ ਦਿੱਤਾ, ਇਹਨੂੰ ਹਾਰ ਵੇਖਣੀ ਪਏਗੀ। ਇਸ ਤਰ੍ਹਾਂ ਲਾਹੌਰ ਦਾ ਸੂਬਾ ਫੌਜਾਂ ਲੈ ਕੇ ਬੰਦੇ ਬਹਾਦਰ ਤੇ ਚੜ੍ਹਾਈ ਕਰਨ ਵਾਸਤੇ ਤੁਰ ਪਿਆ ਹੈ। ਤੇ ਜਿਹੜਾ ਹਿੰਮਤ ਖਾਨ ਸੀ ਉਹਨੂੰ ਫਰਖਸ਼ਰ ਨੇ ਦਿੱਲੀ ਤੋਂ ਭੇਜਿਆ ਸੀ, ਉਹ ਵੀ ਫੌਜਾਂ ਲੈ ਕਰਕੇ ਪੰਜਾਬ ਨੂੰ ਆ ਗਿਆ ਹੈ। ਜਿਹੜੇ ਤੁਰਕ ਬਾਬੇ ਬੰਦੇ ਬਹਾਦਰ ਨੇ ਪੰਜਾਬ ਦੇ ਵਿੱਚੋਂ ਬਾਹਰ ਕੱਢੇ ਸਨ, ਕੋਈ ਲਾਹੌਰ ਰਹਿੰਦਾ ਸੀ ਤੇ ਕੋਈ ਕਸੂਰ ਜਾ ਕੇ ਵਸ ਗਿਆ ਸੀ। ਲਵਾਬ ਨੇ ਸਾਰੇ ਉਹ ਤੁਰਕ ਬਾਹਰ ਕੱਢ ਲਿਆ। ਆਓ ਭਾਈ ਹੁਣ ਜੰਗ ਦਾ ਸਮਾਂ, ਲਓ ਬਦਲਾ ਆ ਕੇ, ਬੰਦੇ ਬਹਾਦਰ ਨੇ ਤੁਹਾਨੂੰ ਮੁਲਕ ਚੋਂ ਕੱਢਿਆ ਤੇ ਤੁਸੀਂ ਬੰਦੇ ਬਹਾਦਰ ਨੂੰ ਮੁਲਕ ਚੋਂ ਕੱਢੋ। ਉਹਨਾਂ ਸਾਰੇ ਤੁਰਕਾਂ ਨੂੰ ਆਪਣੇ ਨਾਲ ਲੈ ਲਿਆ ਹੈ। ਇਸੇ ਪ੍ਰਕਾਰ ਜਿਹੜੇ ਡੋਗਰ ਥੱਟੂ ਸਨ ਤੇ ਭੱਟੀ ਆਦਿਕ ਸਨ, ਉਹਨਾਂ ਸਾਰਿਆਂ ਨੂੰ ਨਾਲ ਲਾ ਲਿਆ ਤੇ ਦੀਨ ਦੀ ਲੜਾਈ ਕਹਿ ਕੇ ਨਾ ਤੇ ਉਹਨਾਂ ਨੂੰ ਪਰਚਾ ਕੇ ਤੇ ਆਪਣੇ ਨਾਲ ਲੈ ਕੇ ਤੁਰ ਪਏ ਹਨ। ਇਸ ਤਰ੍ਹਾਂ ਜਿੰਨੇ ਵੀ ਪਠਾਨ ਸਨ, ਕਸੂਰ, ਲਾਹੌਰ ਤੋਂ, ਕੁਝ ਫੌਜ ਦਿੱਲੀ ਤੋਂ ਆਈ, ਸਾਰੇ ਜਾਣੇ ਲਾਹੌਰ ਇਕੱਠੇ ਹੋ ਗਏ ਹਨ। ਜਿਹੜੇ ਜਾ ਕੇ ਦਿੱਲੀ ਦਰਬਾਰ 'ਚ ਪੁਕਾਰਾਂ ਕਰਦੇ ਸਨ ਨਾ ਫਰਿਆਦੀ ਬਣ ਕੇ, ਉਹ ਕਾਜੀ ਮੁਲਾਣੇ ਵੀ ਸਾਰੇ ਇਕੱਠੇ ਹੋ ਕੇ ਆ ਗਏ ਹਨ। ਪੀਰ ਫਕੀਰ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਸਾਰੇ ਲਾਹੌਰ ਇਕੱਠੇ ਹੋਏ ਹਨ। ਅਸਲ ਵਿੱਚ ਲਾਹੌਰ ਦਾ ਜਿਹੜਾ ਹਾਕਮ ਸੀ ਨਾ, ਸਾਧ ਸੰਗਤ ਜੀ, ਵੱਖਰੇ ਵੱਖਰੇ ਨਾਂ ਲਿਖੇ। ਕਿਸੇ ਨੇ ਰੁਸਤਮ ਖਾਨ ਲਿਖਿਆ, ਕਿਸੇ ਨੇ ਉਸਮਾਨ ਖਾਨ ਲਿਖ ਦਿੱਤਾ ਹੈ, ਕਿਸੇ ਨੇ ਸਮਦ ਖਾਨ ਦਾ ਜ਼ਿਕਰ ਕੀਤਾ ਹੈ। ਅਲੱਗ-ਅਲੱਗ ਨਾਂ ਉਹਨਾਂ ਦੇ ਦੱਸੇ ਗਏ ਨੇ। ਖੈਰ, ਲਾਹੌਰ ਦਾ ਜਿਹੜਾ ਨਵਾਬ ਸੀਗਾ ਉਹਦੇ ਕੋਲ ਸਾਧ ਸੰਗਤ ਜੀ ਆਉਂਦੇ ਨੇ ਸਾਰੇ ਜਾਣੇ ਇਕੱਠੇ ਹੋ ਕਰਕੇ। ਪਰ ਭਾਈ ਰਤਨ ਸਿੰਘ ਜੀ ਨੇ ਜ਼ਿਕਰ ਕੀਤਾ ਰਸਤ ਖਾਨ, ਭਾਵ ਰੁਸਤਮ ਖਾਨ ਜਿਹੜਾ ਸੀਗਾ, ਇਹ ਲਾਹੌਰ ਦਾ ਜਿਹੜਾ ਸੂਬੇਦਾਰ ਸੀ। ਪਰ ਰਸਤ ਖਾਨ ਦਾ ਅਰਥ ਵਿਦਵਾਨਾਂ ਨੇ ਟੀਕਾ ਵਿੱਚ ਇਹ ਵੀ ਕਰ ਦਿੱਤਾ ਵੀ ਇਹ ਜਿਹੜੇ ਸਯਦ ਆਦਿਕ ਆਉਂਦੇ ਸਨ ਉਹ ਰਸਤਾਂ ਲੈਣੀ ਆਉਂਦੇ ਸਨ। ਜਿਹੜਾ ਲਾਹੌਰ ਦਾ ਸੂਬੇਦਾਰ ਸੀਗਾ ਵੀ ਅਸੀਂ ਤੇਰੀ ਮਦਦ ਕਰਾਂਗੇ, ਮਾਇਆ ਲੈ ਲਈ ਤੇ ਰਸਤਾਂ ਆਦਿਕ ਲੈ ਕੇ ਤੇ ਖਾ ਕੇ ਆਨੰਦ ਲੈਂਦੇ ਸਨ। ਪਰ ਜਿਹੜਾ ਲਾਹੌਰ ਦਾ ਸੂਬੇਦਾਰ ਸੀ, ਹਾਕਮ ਸੀ ਰੁਸਤਮ ਖਾਨ, ਉਹ ਇਹ ਕਹਿੰਦਾ ਸੀ ਵੀ ਤੁਸੀਂ ਮੂਹਰੇ ਲੱਗੋ। ਜਿਹੜੇ ਕਾਜੀ ਮੁਲਾਣੇ ਆਏ ਸਨ ਵੀ ਫਰਿਆਦੀ ਹੋ ਕੇ ਤੁਸੀਂ ਗਏ ਸੀ, ਤੁਸੀਂ ਮੂਹਰੇ ਲੱਗੋ ਤੇ ਮੈਂ ਤੁਹਾਡੇ ਪਿੱਛੇ ਪਿੱਛੇ ਚੱਲ ਕੇ ਆਵਾਂਗਾ। ਇਸ ਪ੍ਰਕਾਰ ਤੁਰਕਾਂ ਨੇ ਜਿਸ ਤਰ੍ਹਾਂ ਗੁਰਦਾਸ ਨੰਗਲ ਦੀ ਗੜੀ ਨੂੰ ਘੇੜਾ ਕੱਤਣਾ ਹੈ, ਉਹ ਕੱਲ ਦੇ ਦੀਵਾਨਾਂ ਵਿੱਚ ਆ ਪ੍ਰਸੰਗ ਸਰਵਣ ਕਰੋਗੇ। ਨੀਤੀ ਸੀ, ਬੜੀ ਚਾਲ ਦੇ ਨਾਲ ਉਹਨਾਂ ਨੇ ਬੰਦਾ ਬਹਾਦਰ ਨੂੰ ਘੇਰਿਆ। 8 ਮਹੀਨੇ ਘੇਰਾ ਰਿਹਾ ਬਾਬਾ ਬੰਦਾ ਬਹਾਦਰ ਨੇ। ਬੜਾ ਔਖਾ ਸਮਾਂ ਵੇਖਿਆ ਇਸ ਘੇਰੇ ਦੇ ਵਿੱਚ, ਪਰ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਨਾ ਸੰਸਾਰ ਦੇ ਅੰਦਰ, ਉਹਦਾ ਸਾਨੀ ਵੀ ਕੋਈ ਦੂਸਰਾ ਨਹੀਂ ਜਿਹੋ ਜੀ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ ਦੇ ਗਏ। ਦਾਸ ਨੇ ਇੱਕ ਦਿਨ ਪਹਿਲਾਂ ਤਾਂ ਹੀ ਬੇਨਤੀ ਕੀਤੀ ਸੀ, ਚਲੋ
ਭਾਵੇਂ ਕਿਤੇ ਗੁਰੂ ਵੀ ਅਖਵਾਇਆ, ਉਹਨਾਂ ਨੇ ਮਹਾਰਾਜ ਦੇ ਬਚਨ ਜਿਹੜੇ ਸਨ, ਜੋ ਵਾਅਦਾ ਕੀਤਾ ਸੀ ਉਹ ਵੀ ਤੋੜਿਆ ਵਾਅਦਾ ਉਹਨਾਂ ਨੇ। ਪਰ ਕਿਤੇ ਨਾ ਕਿਤੇ ਉਹਨਾਂ ਨੂੰ ਸਮਝ ਆ ਗਈ ਸੀ, ਜਦੋਂ ਲਾਹੌਰ ਤੋਂ ਹਾਰ ਕੇ ਪਿੱਛੇ ਮੁੜੇ ਸਨ, ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਖਾਲਸੇ ਤੋਂ ਬਿਨਾਂ ਮੇਰੀ ਗਤੀ ਨਹੀਂ। ਤਾਂ ਹੀ ਉਹਨੇ ਬੇਨਤੀ ਕੀਤੀ ਸੀ, ਪਰ ਸਿੰਘਾਂ ਨਾਲ ਮਤਾ ਵੀ ਨਹੀਂ ਰਲਿਆ। ਪਰ ਅਖੀਰ ਬਾਬਾ ਬੰਦਾ ਸਿੰਘ ਬਹਾਦਰ ਜਿਸ ਦਿਨ ਸਰੀਰ ਤਿਆਗਦਾ ਹੈ, ਸ਼ਹਾਦਤ ਦਾ ਜਾਮ ਪੀਂਦਾ ਹੈ, ਇਹੀ ਕਹਿੰਦਾ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸਿੱਖ ਹਾਂ ਤੇ ਉਹਦੀ ਸਿੱਖੀ ਨਹੀਂ ਛੱਡ ਸਕਦਾ। ਇਸ ਕਰਕੇ ਉਹਨਾਂ ਦੀ ਸ਼ਹਾਦਤ ਬੜੀ ਮਹਾਨ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ। ਕੱਲ ਦੇ ਦੀਵਾਨਾਂ ਵਿੱਚ ਆਪਾਂ ਅਗਲੇ ਪ੍ਰਕਰਨ ਸਰਵਣ ਕਰਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਧਾ, ਅੰਧਕੂਪ ਮਹਾ ਭਿਆਨ ਨਾਨਕ ਪਾਰਿਓ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤੋ ਨਾਨਕ ਹੋਤ ਨੇ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।